ਸਮੂਹ ਦਰਸ਼ਕਾਂ ਦਾ ਆਵਾਜ਼ੇ ਪੰਜਾਬ ਪ੍ਰੋਗਰਾਮ 'ਚ ਚੈਨਲ ਪੰਜਾਬੀ ਗਲੋਬਲ ਪੰਜਾਬ 'ਤੇ ਸਵਾਗਤ ਹੈ। ਕਿਹਾ ਜਾਂਦਾ ਹੈ ਕਿ ਕੌਮੀ ਇਤਿਹਾਸ ਵਿਰਸਾ ਹੁੰਦੇ ਨੇ ਜਿਹੜੇ ਕਿ ਕੌਮ ਨੂੰ ਜਾਗਰੂਕ ਕਰਨ ਦੇ ਵਾਸਤੇ ਸਮੇਂ ਸਿਰ ਸਾਂਝਾ ਕੀਤੇ ਜਾਣੇ ਚਾਹੀਦੇ ਨੇ। ਜਦੋਂ ਅਸੀਂ ਜੁਲਾਈ ਦੇ ਮਹੀਨੇ ਦੀ ਗੱਲ ਕਰਦੇ ਹਾਂ ਤਾਂ ਇਹਨਾਂ ਦਿਨਾਂ ਦੇ ਵਿੱਚ ਸ਼ਹਾਦਤਾਂ ਦਾ ਇਤਿਹਾਸ ਹੈ। ਕਿਤੇ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ, ਕਿਤੇ ਕੁਰਬਾਨੀਆਂ ਦੇ ਵਿੱਚ ਜਦ ਦੌਰ ਦੇ ਵਿੱਚ ਅੱਜ ਦੀ ਨੌਜਵਾਨ ਪੀੜ੍ਹੀ ਦੇ ਵਿੱਚ ਵੀ ਜਦੋਂ ਅਸੀਂ ਸੁਨੇਹਾ ਜਾਂਦਾ ਦੇਖਦੇ ਹਾਂ, ਉਸ ਦੇ ਵਿੱਚ ਵੀ ਬਹੁਤ ਸਾਰਾ ਐਸਾ ਇਤਿਹਾਸ ਮਿਲਦਾ ਜਿਹੜਾ ਕਿ 84 ਤੋਂ ਬਾਅਦ ਦੀਆਂ ਸ਼ਹੀਦੀਆਂ ਦਾ ਇਤਿਹਾਸ ਹੈ। ਇਹਨਾਂ ਸਾਰਿਆਂ ਦੀ ਪਰੰਪਰਿਕ ਰੂਪ ਦੇ ਵਿੱਚ ਗੱਲ ਕਰਨ ਤੋਂ ਪਹਿਲਾਂ ਪਿਛੋਕੜ ਦੇ ਵਿੱਚ ਅਸੀਂ ਜੇਕਰ ਦੇਖੀਏ ਤਾਂ ਸਾਡੇ ਸਾਹਮਣੇ ਐਸਾ ਮੌਕਾ ਆਉਂਦਾ ਹੈ ਜਦੋਂ ਕਿ ਦਰਬਾਰ ਸਾਹਿਬ ਦੇ ਸਤਿਕਾਰ ਦੇ ਵਿੱਚ ਜ਼ੁਲਮ ਕਰਨ ਵਾਲੇ ਜ਼ਾਲਮ ਜਿਹੜੇ ਲੋਕ ਸਨ ਉਹਨਾਂ ਦੇ ਸਿਰ ਵੱਢੇ ਗਏ ਅਤੇ ਉਹਨਾਂ ਸਿਰ ਵੱਢਣ ਵਾਲਿਆਂ ਦੇ ਵਿੱਚ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਜੀ ਦਾ ਨਾਂ ਆਉਂਦਾ ਹੈ। ਇਤਿਹਾਸ ਦੇ ਪੰਨੇ ਇਸ ਗੱਲ ਦੀ ਗਵਾਹੀ ਦਿੰਦੇ ਨੇ ਕਿ ਕਿਸ ਤਰੀਕੇ ਨਾਲ ਇਹਨਾਂ ਯੋਧਿਆਂ ਨੇ ਆਪਣੇ ਇਸ਼ਟ ਨੂੰ ਸਤਿਕਾਰ ਦਿੰਦੇ ਹੋਏ ਉਹਨਾਂ ਹਾਲਾਤ ਦੇ ਵਿੱਚ ਜਿਹੜਾ ਕਿ ਮੱਸਾ ਰੰਗੜ ਸੀ ਉਸ ਦਾ ਸਿਰ ਲਾਇਆ। ਇਹ ਤਸਵੀਰਾਂ ਕਈ ਵਾਰ ਅਸੀਂ ਕਾਲਪਨਿਕ ਚਾਹੇ ਹੋਣ ਪਰ ਉਹਨਾਂ ਨੂੰ ਜਦੋਂ ਦੇਖਦੇ ਹਾਂ ਤਾਂ ਉਹਨਾਂ ਦੇ ਵਿੱਚ ਸਾਡੇ ਸਾਹਮਣੇ ਉਹ ਝਲਕ ਪੈਂਦੀ ਹੈ। ਅੱਜ ਕੁਝ ਕੁ ਇਹਨਾਂ ਇਤਿਹਾਸ ਦੇ ਪੰਨਿਆਂ ਦੀ ਗੱਲਬਾਤ ਕਰਾਂਗੇ ਜਿਸ ਦੇ ਵਿੱਚ ਸਾਡੇ ਨਾਲ ਮਹਿਮਾਨ ਹੋਣਗੇ ਗੁਰਪ੍ਰੀਤ ਸਿੰਘ ਜੀ ਜਿਹੜੇ ਕਿ ਵਿਸ਼ੇਸ਼ ਗੱਲਬਾਤ ਕਰਨਗੇ। ਗੁਰਪ੍ਰੀਤ ਸਿੰਘ ਜੀ ਆਇਆਂ ਨੂੰ, ਸਵਾਗਤ ਹੈ ਤੁਹਾਡਾ। ਬਹੁਤ ਸ਼ੁਕਰੀਆ ਗੁਰਦਿੱਤ ਸਿੰਘ ਜੀ, ਮੰਚ ਮੁਹੱਈਆ ਕਰਨ ਲਈ ਧੰਨਵਾਦ ਤੁਹਾਡਾ। ਸ਼ੁਕਰੀਆ ਜੀ। ਗੁਰਪ੍ਰੀਤ ਸਿੰਘ ਜੀ, ਜਦੋਂ ਅਸੀਂ ਗੱਲਬਾਤ ਕਰਦੇ ਹਾਂ 1900 ਅਸੀਂ ਇਸ ਵੇਲੇ 1740 ਦੇ ਵਿੱਚ ਇਤਿਹਾਸ ਦੀ ਗੱਲ ਕਰੀਏ ਤਾਂ ਅੱਜ ਦੀ 20ਵੀਂ ਸਦੀ ਦੇ ਵਿੱਚ 21ਵੀਂ ਸਦੀ ਦੇ ਵਿੱਚ ਵੀ ਅਸੀਂ ਉਹਨਾਂ ਸੂਰਬੀਰਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਦੀਆਂ ਬੜੀਆਂ ਕੁਰਬਾਨੀਆਂ ਨੇ। ਉਹਨਾਂ 'ਚੋਂ ਮੱਸਾ ਰੰਗੜ ਦਾ ਸਿਰ ਵੱਢਣ ਵਾਲੇ ਸੁੱਖਾ ਸਿੰਘ ਮਹਿਤਾਬ ਸਿੰਘ ਦਾ ਨਾਂ ਇਤਿਹਾਸ 'ਚ ਬੜਾ ਮਾਣ ਨਾਲ ਲਿਆ ਜਾਂਦਾ ਅਤੇ ਮੈਨੂੰ ਲੱਗਦਾ ਕਿ ਅੱਜ ਵੀ ਉਹਨਾਂ ਬਾਰੇ ਗੱਲ ਕਰਨੀ ਬਣਦੀ ਹੈ। ਬਿਲਕੁਲ, ਇਹਨਾਂ ਦਿਨਾਂ ਦੇ ਵਿੱਚ ਹੀ ਮੱਸੇ ਰੰਗੜ ਦਾ ਸੌਦਾ ਲਾਇਆ ਗਿਆ ਸੀ ਜੀ। ਮੱਸਾ ਰੰਗੜ ਉਹ ਸ਼ਖਸ ਸੀ ਜਿਸ ਨੇ ਦਰਬਾਰ ਸਾਹਿਬ ਦੀ ਬੇਹਰਮਤੀ ਕੀਤੀ ਸੀ ਜੀ। ਸੱਤਾ ਦੇ ਨਸ਼ੇ ਵਿੱਚ ਚੂਰ ਹੋ ਕੇ ਉਸਨੇ ਉੱਥੇ ਬੜੇ ਕੁਕਰਮ ਕੀਤੇ ਸੀਗੇ। ਸੋ ਸਾਰਾ ਕੁਛ ਸਿੱਖੀ ਸੂਰਾਂ ਤੋਂ ਉਲਟ ਉੱਥੇ ਕੀਤਾ ਗਿਆ ਜੀ। ਕੰਜਰੀਆਂ ਨਚਾਈਆਂ ਗਈਆਂ, ਘਟੀਆ ਤੋਂ ਘਟੀਆ ਕੰਮ ਕੀਤੇ ਗਏ। ਸੁੱਖਾ ਸਿੰਘ ਮਹਿਤਾਬ ਸਿੰਘ ਨੇ ਧਾਰ ਲਿਆ ਕਿ ਅਸੀਂ ਗੁਰਦੁਆਰਾ ਆਜ਼ਾਦ ਕਰਾਉਣਾ ਜੀ ਜੀ, ਔਰ ਇਕੱਲਾ ਆਜ਼ਾਦ ਨਹੀਂ ਕਰਾਉਣਾ, ਇਸ ਦਾ ਵੀ ਸਿਰ ਵੱਢਾਂਗੇ। ਬਕਾਇਦਾ ਜਾ ਕੇ ਬੜੇ ਇੱਕ ਜਿਹਨੂੰ ਕਹਿੰਦੇ ਜੋਸ਼ੀਲੇ ਮਾਹੌਲ ਵਿੱਚ ਉਹਨਾਂ ਨੇ ਐਡਾ ਵੱਡਾ ਕਾਰਾ ਕੀਤਾ। ਮੈਂ ਸਮਝਦਾ ਜਿੱਥੇ ਉਹਨਾਂ ਨੂੰ ਯਾਦ ਕਰਨਾ ਜ਼ਰੂਰੀ, ਉਹਨਾਂ ਦੇ ਐਕਸ਼ਨ ਨੂੰ ਜੀ, ਉਸ ਐਕਸ਼ਨ ਦੀ ਅੱਜ ਦੇ ਸਮੇਂ 'ਚ ਪ੍ਰਸੰਗਤਾ ਕੀ ਉਸ 'ਤੇ ਵੀ ਸਾਨੂੰ ਗੱਲ ਜ਼ਰੂਰ ਕਰਨੀ ਚਾਹੀਦੀ। ਬਿਲਕੁਲ ਜੀ। ਇਸ ਤੋਂ ਪਹਿਲਾਂ ਕਿ ਅੱਜ ਦੇ ਸਮੇਂ 'ਤੇ ਆਈਏ, ਮੈਂ ਚਾਹਾਂਗਾ ਥੋੜ੍ਹਾ ਜਿਹਾ ਇਤਿਹਾਸ ਉਸ ਵੇਲੇ ਦਾ ਜ਼ਰੂਰ ਇਤਿਹਾਸ ਦੇ ਪੰਨੇ ਸਾਂਝੇ ਕਰ ਦਈਏ। ਜੇਕਰ ਅਸੀਂ ਦੇਖੀਏ ਤਾਂ ਸੁੱਖਾ ਸਿੰਘ ਮਹਿਤਾਬ ਸਿੰਘ ਜਿਹੜੇ ਕਿ ਦੋਏ ਯੋਧੇ ਸਨ, ਇਹਨਾਂ ਦਾ ਪਿਛੋਕੜ ਹੈ ਜਿਹੜਾ ਕਿ ਸੁੱਖਾ ਸਿੰਘ ਅਤੇ ਮਹਿਤਾਬ ਸਿੰਘ ਦੋਵੇਂ ਉਸ ਵੇਲੇ ਬੀਕਾਨੇਰ ਦੀ ਛੰਭ ਦੇ ਵਿੱਚ ਸਨ ਜਦੋਂ 1740 ਨੂੰ ਇਹ ਖਬਰ ਮਿਲੀ ਕਿ ਦਰਬਾਰ ਸਾਹਿਬ ਦੇ ਵਿੱਚ ਮੱਸਾ ਰੰਗੜ ਜਿਹੜਾ ਹੈ ਸ਼ਰਾਬ ਪੀ ਕੇ ਅਸ਼ਲੀਲ ਗੀਤ ਗਾਣੇ ਉੱਥੇ ਗਵਾ ਰਿਹਾ ਅਤੇ ਉੱਥੇ ਨਾਚ ਕਰਾ ਰਿਹਾ। ਇਹ ਗੱਲ ਜਦੋਂ ਅੰਮ੍ਰਿਤਸਰ ਨੂੰ ਰਵਾਨਾ ਹੋਣ ਤੋਂ ਪਹਿਲਾਂ ਯੋਧਿਆਂ ਨੂੰ ਇਹ ਕਿਹਾ ਗਿਆ ਕਿ ਉਹ ਇਸ ਦੁਸ਼ਟ ਦਾ ਜਿਹੜਾ ਸਿਰ ਵੱਢਣ। ਇਤਿਹਾਸਿਕ ਵਾਰਤਾ ਇਹ ਹੈ ਕਿ ਇਹ ਦੋਵੇਂ ਜਣੇ ਜਿਹੜੇ ਕਿ ਜਦੋਂ ਦਰਬਾਰ ਸਾਹਿਬ ਪਹੁੰਚੇ ਤਾਂ ਇੱਕ ਲੰਬੜਦਾਰ ਦਾ ਭੇਸ ਬਣਾ ਕੇ ਜਿਹੜੇ ਕਿ ਅਗਰਾਈ ਕਰਕੇ ਟੈਕਸੀ ਲੈ ਕੇ ਆਉਂਦੇ ਨੇ ਉਸ ਰੂਪ ਦੇ ਵਿੱਚ ਉੱਥੇ ਗਏ ਅਤੇ ਮੱਸੇ ਰੰਗੜ ਨੂੰ ਕਿਹਾ ਗਿਆ ਕਿ ਇਹ ਜਿਹੜੇ ਉਸ ਵੇਲੇ ਜਿਹੜੀਆਂ ਮੋਹਰਾਂ ਜਾਂ ਪੈਸੇ ਲੈ ਕੇ ਆਏ ਆ ਅਸੀਂ, ਇਹ ਤੂੰ ਲੈ ਸਕਦਾ। ਜਦੋਂ ਉਸਨੇ ਸਿਰ ਨੀਵਾਂ ਕੀਤਾ ਤਾਂ ਉਸੇ ਵੇਲੇ ਸੁੱਖਾ ਸਿੰਘ ਮਹਿਤਾਬ ਸਿੰਘ ਨੇ ਮੱਸੇ ਰੰਗੜ ਦਾ ਸਿਰ ਵੱਢਿਆ, ਧੌਣ ਵੱਖ ਕੀਤੀ ਅਤੇ ਉਸ ਨੂੰ ਨੇਜੇ 'ਤੇ ਟੰਗ ਕੇ ਜਿਹੜਾ ਹੈ ਜੰਗਲ ਵੇਲਿਆਂ ਨੂੰ ਨਿਕਲਿਆ ਏ। ਇਹ ਵੀ ਸੱਚ ਹੈ ਕਿ ਇਹ ਦੋਹਾਂ ਦਾ ਜਿਹੜਾ ਪਿਛੋਕੜ ਹੈ, ਜਿਵੇਂ ਕਿ ਮਹਿਤਾਬ ਸਿੰਘ ਪਿੰਡ ਮੀਰਾਂਕੋਟ ਦੇ ਨਾਲ ਸੰਬੰਧ ਸਨ ਅਤੇ ਇਸੇ ਤਰੀਕੇ ਨਾਲ ਸੁੱਖਾ ਸਿੰਘ ਮਾੜੀ ਕਾਂਬੋਕੀ ਇੱਥੋਂ ਦੇ ਵਸਨੀਕ ਸਨ। ਅਤੇ ਇਹ ਗੱਲ ਇਤਿਹਾਸਕ ਪੰਨਿਆਂ 'ਤੇ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਹੀ ਜੋ ਉਹਨਾਂ ਦੇ ਸੇਵਕ ਸਨ ਉਹਨਾਂ ਦੇ ਵਿੱਚੋਂ ਇਤਿਹਾਸਕ ਬਿਰਤਾਂਤ ਹੈ ਕਿ ਮੀਰਾਂਕੋਟ ਦੇ ਜਿਹੜੇ ਕਿਸ਼ਨ ਭੰਗੂ ਸਨ ਉਹਨਾਂ ਦੇ ਵਿੱਚ ਪਰਿਵਾਰ ਦੇ ਵਿੱਚ ਅੰਮ੍ਰਿਤ ਛਕਿਆ ਗਿਆ। ਹਰਦਿਆਲ ਜੀ ਨੇ ਅੰਮ੍ਰਿਤ ਛਕ ਕੇ ਹਰਦਿਆਲ ਸਿੰਘ ਸਜੇ ਅਤੇ ਅੱਗੇ ਉਹਨਾਂ ਦੇ ਪੁੱਤਰ ਭਾਈ ਹਰਾ ਸਿੰਘ ਜੀ ਹੋਏ ਜਿਹੜੇ ਕਿ ਬੰਦਾ ਸਿੰਘ ਬਹਾਦਰ ਦੀ ਫੌਜ ਦੇ ਵਿੱਚ ਵੀ ਸ਼ਾਮਲ ਸਨ। ਜਥੇਦਾਰ ਹਰਾ ਸਿੰਘ ਦੇ ਪੁੱਤਰ ਭਾਈ ਜਗਤ ਸਿੰਘ ਅਤੇ ਭਾਈ ਮਹਿਤਾਬ ਸਿੰਘ ਹੋਏ ਅਤੇ ਭਾਈ ਮਹਿਤਾਬ ਸਿੰਘ ਅੱਗੇ ਉਹਨਾਂ ਦੇ ਗ੍ਰਹਿ ਵਿਖੇ ਭਾਈ ਰਾਏ ਸਿੰਘ ਉਹਨਾਂ ਦਾ ਜਨਮ ਹੋਇਆ। ਜਦੋਂ ਅਸੀਂ ਰਤਨ ਸਿੰਘ ਭੰਗੂ ਜਿਹੜੇ ਕਿ ਉਸ ਵੇਰਵੇ ਨੂੰ ਅੰਕਿਤ ਵੀ ਕਰਦੇ ਨੇ ਕਿ ਕਿਸ ਤਰੀਕੇ ਨਾਲ ਮੱਸੇ ਦਾ ਸਿਰ ਇਹਨਾਂ ਨੇ ਵੱਢਿਆ, ਉਹ ਵੀ ਇਸੇ ਹੀ ਪਰਿਵਾਰ ਦੇ ਵਿੱਚੋਂ ਇਸੇ ਖਾਨਦਾਨ ਦੇ ਵਿੱਚੋਂ ਸਨ ਜਿਹੜੇ ਕਿ ਅੱਗੇ ਜਾ ਕੇ ਉਹਨਾਂ ਦੇ ਪਰਿਵਾਰ ਦੀ ਜਿਹੜੀ ਵੰਸ਼ ਚੱਲੀ ਉਹਨਾਂ ਨੇ
ਯੋਧਿਆਂ ਦੇ ਵਿੱਚ ਇੱਕ ਲੜੀਵਾਰ ਜਿਹੜੇ ਨਾਮ ਆਉਂਦੇ ਨੇ ਅੱਜ ਦੀ 20ਵੀਂ ਸਦੀ 21ਵੀਂ ਸਦੀ ਦੇ ਵਿੱਚ ਭਾਈ ਸ਼ਾਹਬੇਗ ਸਿੰਘ ਜਿਹੜੇ ਕਿ ਦਰਬਾਰ ਸਾਹਿਬ ਦੇ ਸਤਿਕਾਰ ਵਿੱਚ ਸ਼ਹੀਦ ਵੀ ਹੋਏ, ਉਹਨਾਂ ਦਾ ਜ਼ਿਕਰ ਵੀ ਆਉਂਦਾ ਹੈ। ਸੋ ਇਹ ਸਾਰੇ ਜਿਹੜੇ ਵੇਰਵੇ ਨੇ, ਇਤਿਹਾਸਕ ਤੱਥ ਨੇ ਜਿਹੜੇ ਇਹ ਪੇਸ਼ ਕਰਦੇ ਨੇ ਕਿ ਕਿਸ ਤਰੀਕੇ ਨਾਲ ਦਰਬਾਰ ਸਾਹਿਬ ਤੇ ਚਾਹੇ ਮੱਸੇ ਰੰਗੜ ਦਾ ਉਹ ਸਮਾਂ ਸੀ ਤੇ ਚਾਹੇ ਭਾਰਤੀ ਹੁਕਮਰਾਨਾਂ ਦਾ ਜਿਹੜਾ ਸੀ ਦਰਬਾਰ ਸਾਹਿਬ ਤੇ ਜਦੋਂ ਇੰਦਰਾ ਗਾਂਧੀ ਦੀ ਅਗਵਾਈ ਦੇ ਵਿੱਚ ਹਮਲਾ ਕੀਤਾ ਗਿਆ, ਉਸ ਵੇਲੇ ਸੁੱਖਾ ਸਿੰਘ ਮਹਿਤਾਬ ਸਿੰਘ ਇਹਨਾਂ ਦੇ ਪੂਰਵਜ ਲੜੇ, ਉਹਨਾਂ ਨੇ ਯੋਧਿਆਂ ਦਾ ਜਿਹੜਾ ਜੋਸ਼ੀਲਾ ਰੂਪ ਪੇਸ਼ ਕੀਤਾ ਤੇ ਫਿਰ ਸ਼ਾਹਬੇਗ ਸਿੰਘ ਜਿਹੜੇ ਆ, ਭਾਈ ਸ਼ਾਹਬੇਗ ਸਿੰਘ ਜੋ ਕਿ ਫੌਜ ਦੇ ਵਿੱਚ ਵੀ ਬੜੇ ਵੱਡੇ ਅਹੁਦੇ ਤੇ ਸਨ, ਉਹਨਾਂ ਨੇ ਆਪਣਾ ਸੰਘਰਸ਼ ਕੀਤਾ। ਸੋ ਇੱਕ ਲੰਮਾ ਇਤਿਹਾਸ ਹੈ, ਇਹ ਹੈ ਪਿੱਠ ਭੂਮੀ। ਇਹਦੇ ਵਿੱਚ ਹੋਰ ਬਹੁਤ ਸਾਰੇ ਵੇਰਵੇ ਨੇ, ਉਹ ਵੀ ਨਾਲੋਂ ਨਾਲ ਅਸੀਂ ਸਾਂਝੇ ਕਰਾਂਗੇ। ਪਰ ਜਿਹੜੀ ਗੱਲ ਮੂਲ ਤੌਰ ਤੇ ਹੈ, ਇਹਨਾਂ ਨੂੰ ਯਾਦ ਕਰਨਾ ਕਿੰਨਾ ਕੁ ਜ਼ਰੂਰੀ ਹੈ, ਕਿੰਨਾ ਕੁ ਇਹਨਾਂ ਦਾ ਇਤਿਹਾਸ ਸਾਂਝਾ ਕਰਨਾ ਜ਼ਰੂਰੀ ਹੈ, ਕਿਵੇਂ ਕਿਵੇਂ ਲੋਕ ਜਿਹੜੇ ਇਹਨਾਂ ਪਿੰਡਾਂ ਜਾਂ ਨਗਰਾਂ ਦੇ ਜਾਂ ਕੌਮ ਦੇ ਨੁਮਾਇੰਦੇ ਇਸ ਨੂੰ ਮਨਾਉਂਦੇ ਨੇ, ਤੇ ਉਹ ਜਿਹੜੀ ਸਪਿਰਿਟ ਹੈ, ਉਹ ਜਿਹੜੀ ਭਾਵਨਾ ਹੈ ਜਿਹੜੀ ਕਿ ਸੁੱਖਾ ਸਿੰਘ ਮਹਿਤਾਬ ਸਿੰਘ ਦੇ ਵਿੱਚ ਸੀ, ਕੀ ਉਹ ਕਾਇਮ ਹੈ? ਕਿ ਉਹ ਜ਼ਾਲਮ ਦੇ ਖਿਲਾਫ ਲੜਨ ਦਾ, ਜਦੋਜਹਿਦ ਕਰਨ ਦਾ, ਸੰਘਰਸ਼ ਦਾ ਮਾਦਾ ਉਹਨਾਂ ਦੇ ਵਿੱਚ ਕਾਇਮ ਹੈ? ਇਹ ਗੱਲ ਵਿਚਾਰਨ ਵਾਲੀ ਹੈ। ਦੇਖੋ, ਇਸ 'ਚ ਕੋਈ ਸ਼ੱਕ ਨਹੀਂ ਕਿ ਜਿਹੜਾ ਸਿੱਖ ਇਤਿਹਾਸ ਇਹੋ ਜਿਹੇ ਸੂਰਮਿਆਂ ਦੇ ਲਾਸਾਨੀ ਕੁਰਬਾਨੀ ਨਾਲ ਭਰਿਆ ਪਿਆ ਜੀ। ਸੋ ਸੁੱਖਾ ਸਿੰਘ ਮਹਿਤਾਬ ਇਕੱਲੇ ਨਹੀਂ, ਹੋਰ ਵੀ ਸਿੰਘ ਨੇ ਜਿਨ੍ਹਾਂ ਨੇ ਆਪਣੀਆਂ ਜਾਨਾਂ ਵਾਰੀਆਂ ਪੰਥ ਦੀ ਖਾਤਰ, ਧਰਮ ਹਿੱਤ ਸੀਸ ਦਿੱਤੇ, ਬੰਦ ਕਟਾਏ, ਖੋਪੜੀਆਂ ਚੜਾਏ ਗਏ, ਚਖੜੀਆਂ ਚੜਾਏ ਗਏ, ਖੋਪੜੀਆਂ ਲਵਾਈਆਂ। ਅਸੀਂ ਉਹਨਾਂ ਦਾ ਅਰਦਾਸ ਵਿੱਚ ਵੀ ਜ਼ਿਕਰ ਆਉਂਦਾ ਨਾਮ ਲੈਂਦੇ। ਸੋ ਇਹ ਸਦਾ ਹੀ ਮਤਲਬ ਉਹਨਾਂ ਦਾ ਨਾਂ ਸੂਰਜ ਵਾਂਗੂ ਚਮਕਦਾ ਰਹੂਗਾ। ਅੱਜ ਦੇ ਸਮੇਂ ਅਨੁਸਾਰ ਵੀ ਮੈਂ ਸਮਝਦਾ ਇਹ ਸਾਰੀਆਂ ਗੱਲਾਂ ਪ੍ਰਸੰਗਿਕ ਨੇ ਜੀ। ਜਦੋਂ ਜ਼ੁਲਮ ਹੋਏਗਾ ਤਾਂ ਉਸ ਨਾਲ ਟੱਕਰ ਲੈਣ ਲਈ ਯੋਧੇ ਵੀ ਉੱਠਣਗੇ। ਹਾਂਜੀ, ਕਿਸ ਮਰਜ਼ੀ ਰੂਪ 'ਚ ਉੱਠਣ ਜੀ। ਸੋ ਇਹ ਤਾਂ ਚੱਲਦਾ ਹੀ ਰਹੂਗਾ। ਸੋ ਉਹਨਾਂ ਤੋਂ ਸੇਧ ਲੈ ਕੇ ਜ਼ੁਲਮ ਦੇ ਖਿਲਾਫ ਲੜਨਾ, ਲੜਦੇ ਰਹਿਣਾ, ਹਾਂਜੀ, ਇਹ ਜ਼ਿੰਦਗੀ ਦਾ ਅਸੂਲ ਹੈ ਜੀ। ਔਰ ਅੱਜ ਵੀ ਜ਼ੁਲਮੋਂ ਸਿਤਮ ਹੋ ਰਿਹਾ ਜੀ। ਘੱਟ ਗਿਣਤੀ ਦੇ ਜਿਵੇਂ ਹਮਲੇ ਭਾਰਤ 'ਚ ਹੋ ਰਹੇ ਨੇ ਤਿੱਖੇ ਰੂਪ 'ਚ, ਉਸ ਵੇਲੇ ਜੇ ਇਹ ਇਲਜ਼ਾਮ ਲਾਇਆ ਤਾਂ ਉਸ ਵੇਲੇ ਸਰਕਾਰ 'ਤੇ ਕਿ ਉਹਨਾਂ ਨੇ ਸਹੁੰ ਖਾਧੀ ਸੀ ਸਾਰੇ ਮੁਲਕ ਨੂੰ ਅਸੀਂ ਇਸਲਾਮਿਕ ਰੰਗ 'ਚ ਰੰਗ ਦੇਣਾ। ਹਾਂਜੀ, ਅੱਜ ਕੀ ਹੋ ਰਿਹਾ? ਉੱਥੇ ਹਿੰਦੂ ਰਾਸ਼ਟਰ ਬਣਾਉਣ ਦੀਆਂ ਗੱਲਾਂ ਹੋ ਰਹੀਆਂ, ਸਾਰੀਆਂ ਘੱਟ ਗਿਣਤੀ ਨਿਸ਼ਾਨੇ 'ਤੇ ਨੇ। ਔਰ ਜਿਸ ਤਰੀਕੇ ਨਾਲ ਜ਼ੁਲਮ ਹੋ ਰਿਹਾ, ਜ਼ਾਹਰਾ ਤੌਰ 'ਤੇ ਇਸ ਨੂੰ ਲੋਕੀ ਟੱਕਰ ਵੀ ਦੇਣਗੇ ਜੀ। ਟੱਕਰ ਦੇਣ ਵਾਲੇ ਹੈ ਵੀ ਨੇ ਹੁਣ, ਥੋੜ੍ਹੇ, ਭਾਵੇਂ ਗਿਣਤੀ ਥੋੜ੍ਹੀ ਉਹਨਾਂ ਦੀ। ਜੇਲ੍ਹਾਂ 'ਚ ਵੀ ਸਾੜੇ ਜਾ ਰਹੇ ਨੇ, ਸੜਕਾਂ 'ਤੇ ਨਿਕਲ ਕੇ ਮੁਜ਼ਾਹਰੇ ਵੀ ਕਰਦੇ ਆ, ਕਈ ਥਾਵਾਂ 'ਤੇ ਹਥਿਆਰਬੰਦ ਲੜਾਈਆਂ ਵੀ ਲੜ ਰਹੇ ਨੇ। ਸੋ ਇਹ ਸਾਰਾ ਕੁਝ ਸਾਨੂੰ ਸਮਝਣਾ ਪਏਗਾ। ਔਰ ਇਸ ਦੇ ਵਿੱਚ ਵਿਚਾਲੇ ਜਦੋਂ ਸਿੱਖ ਭਾਈਚਾਰੇ ਦੇ ਵੱਡੀ ਭੀੜ ਪਈ, ਹਾਂਜੀ, 84 ਦੇ ਦੁਖਾਂਤ ਦੌਰਾਨ, ਉਸ ਤੋਂ ਪਿੱਛੋਂ ਕਿੰਨੇ ਹੀ ਜਿਹੜੇ ਨੌਜਵਾਨ ਜਿਹੜੇ ਆ ਨਾ ਚਾਹੁੰਦੇ ਹੋਏ ਵੀ ਨਾ ਰਾਹ 'ਤੇ ਤੁਰ ਗਏ। ਹਾਂਜੀ, ਚਾਹੇ ਜਿੰਦਰ ਸੁੱਖੇ ਦੀ ਗੱਲ ਕਰ ਲਈਏ, ਸਤਵੰਤ ਸਿੰਘ, ਬਿਆਨ ਸਿੰਘ ਵਰਗੇ ਨੂੰ ਕਰ ਲਈ, ਜਿਨ੍ਹਾਂ ਨੂੰ ਮਤਲਬ ਇੰਦਰਾ ਗਾਂਧੀ ਨੂੰ ਕਤਲ ਕਰਨ ਦੇ ਹਾਲਾਤ ਵੀ ਤਾਂ ਹੀ ਬਣੇ ਜੀ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਮਿਸਾਲਾਂ ਨੇ। 84 ਦੇ ਕਤਲੇਆਮ ਵਿੱਚ ਸ਼ਾਮਲ ਜਿਹੜੇ ਲੋਕ, ਉਹਨਾਂ ਦੇ ਖਿਲਾਫ ਜਿਹੜੇ ਐਕਸ਼ਨ ਹੋਏ, ਹਾਂਜੀ, ਉਸ ਵਿੱਚ ਰਣਜੀਤ ਸਿੰਘ ਕੁੱਕੀ ਜਾਂ ਬਾਕੀ ਲੋਕਾਂ ਦੇ ਜਿਹੜਾ ਸ਼ਮੂਲੀਅਤ, ਇਹ ਸਾਰੀਆਂ ਗੱਲਾਂ ਦੱਸਦੀਆਂ ਕਿ ਜਦੋਂ ਵੀ ਕਿਸੇ ਜ਼ੁਲਮ ਹੋਏਗਾ ਲੋਕੀ ਉੱਠਣਗੇ। ਸੁੱਖਾ ਸਿੰਘ ਮਹਿਤਾਬ ਸਿੰਘ ਉਦੋਂ ਵੀ ਜਿਉਂਦੇ ਸੀ, ਅੱਜ ਵੀ ਜਿਉਂਦੇ, ਅਗਾਂਹ ਵੀ ਜਿਉਂਦੇ ਰਹਿਣਗੇ। ਜਿਹੜੀ ਕੌਮੀ ਸਪਿਰਿਟ ਦੀ ਗੱਲ ਹੈ, ਦੇਖੋ, ਜਦੋਂ ਜ਼ੁਲਮ ਦੇ ਖਿਲਾਫ ਆਵਾਜ਼ ਉਠਾਉਣੀ, ਗੁਰੂ ਸਾਹਿਬ ਗੁਰਬਾਣੀ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਥਾਂ ਥਾਂ 'ਤੇ ਇਸ ਦਾ ਵੇਰਵਾ ਦਿੰਦੇ ਨੇ। ਜਿੱਥੇ ਜਦੋਂ ਬਾਬਰ ਦੀ ਗੱਲ ਕਰਦੇ ਆ ਤੇ ਬਾਬਰ ਦੇ ਬਾਰੇ ਇਹ ਕਿਹਾ ਜਾਂਦਾ, ਪਾਪ ਕੀ ਜੰਜ ਲੈ ਕਾਬਲ ਉਤਾਇਆ, ਜੋਰੀ ਮੰਗੇ ਦਾਨ ਵੀ ਲਾ ਲਓ, ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ। ਜਿਸ ਤਰੀਕੇ ਨਾਲ ਉਹ ਖੁਰਾਸਾਨ ਦਾ ਜਿਹੜਾ ਹੈ ਉੱਤੋਂ ਜਿੱਤ ਕਰਕੇ, ਸ਼ਿਕਸਤਾਂ ਦੇ ਕੇ ਇੱਥੇ ਹਿੰਦੁਸਤਾਨ ਨੂੰ ਡਰਾ ਰਿਹਾ ਸੀ। ਤੇ ਗੁਰੂ ਸਾਹਿਬ ਨੇ ਇਹ ਵੀ ਕਿਹਾ ਕਿ ਇਹ ਜਿਹੜੀ ਜੰਜ ਹੈ ਪਾਪ ਦੀ ਲੈ ਕੇ, ਇਹ ਵਿਆਉਣ ਵਾਸਤੇ ਜਾਂ ਲੁੱਟਣ ਵਾਸਤੇ ਜਿਸ ਕਿਸਮ ਦਾ ਇਹ ਜ਼ਾਲਮਾਨਾ ਢੰਗ ਨਾਲ ਆਇਆ, ਤੇ ਇਸ ਦਾ ਵਿਰੋਧ ਕਰਨਾ ਚਾਹੀਦਾ। ਤੇ ਗੁਰੂ ਸਾਹਿਬ ਨੇ ਜਦੋਂ ਬਾਣੀ 'ਚ ਇਹ ਲਿਖਿਆ, ਤੇ ਉਸੇ ਬਾਣੀ ਦੇ ਵਿੱਚ ਭਗਤ ਕਬੀਰ ਜੀ ਦਾ ਫਰਮਾਨ ਵੀ ਹੈ, ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਖਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਜਨ ਕੋ ਦਾਓ, ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛੱਡੇ ਖੇਤ। ਹੁਣ ਜਦੋਂ ਇਹ ਮਿਸਾਲਾਂ ਨੇ ਸਾਡੇ ਸਾਹਮਣੇ, ਜੇ ਅਸੀਂ 1740 ਦੀ ਗੱਲ ਕਰਦੇ ਹਾਂ, ਸੁੱਖਾ ਸਿੰਘ ਮਹਿਤਾਬ ਸਿੰਘ ਦੀ ਗੱਲ ਕਰਦੇ ਹਾਂ, ਤਾਂ ਉੱਥੇ ਉਸ ਤੋਂ ਬਾਅਦ ਨਿਰੰਤਰ ਇਹ ਗੱਲ ਚੱਲਦੀ ਰਹੀ ਹੈ। ਗੁਰੂ ਕਾਲ ਦੇ ਵਿੱਚ ਪਹਿਲਾਂ ਵੀ ਜਿੱਥੇ ਸ਼ਹਾਦਤਾਂ ਹੋਈਆਂ, ਤੇ ਗੁਰੂ ਕਾਲ ਤੋਂ ਬਾਅਦ ਦੇ ਵਿੱਚ ਵੀ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਲਗਾਤਾਰ, ਤੇ ਇਸੇ ਤਰੀਕੇ ਨਾਲ 20ਵੀਂ ਸਦੀ ਦੇ ਅੰਤ ਤੱਕ, ਕਿ ਜ਼ੁਲਮ ਜਿਹੜਾ ਕਰਨ ਵਾਲਾ ਕੋਈ ਵੀ ਹੋਵੇ, ਉਸ ਵੇਲੇ ਜ਼ਾਲਮ ਜਿਹੜਾ ਸੀ ਉਹ ਮੁਗਲਿਆ ਹਕੂਮਤ ਸੀ, ਤੁਰਕ ਸੀ, ਜਾਂ ਮੱਸਾ ਰੰਗੜ ਸੀ, ਹਰਭਗਤ ਨਰਿੰਜਣੀਆਂ ਸੀ, ਸੁੱਚਾਨੰਦ ਸੀ, ਜਾਂ ਕੋਈ ਵੀ ਸੀ। ਉੱਥੇ ਇਹ ਨਹੀਂ ਦੇਖਿਆ ਗਿਆ ਕਿ ਇਹਦਾ ਰੰਗ, ਨਸਲ, ਧਰਮ, ਫਿਰਕਾ ਕਿਹੜਾ, ਜ਼ਾਲਮ ਜ਼ਾਲਮ ਹੀ ਹੈ। ਤੇ ਉਹੀ ਗੱਲ ਜਿਹੜੀ ਥਿਊਰੀ ਹੈ ਲਗਾਤਾਰ ਸਿੱਖ ਧਰਮ ਦੇ ਵਿੱਚ ਅਜੋਕੇ ਸਮੇਂ ਵੀ ਕਾਇਮ ਹੈ।
ਦੇਖੋ ਤੁਸੀਂ ਬਹੁਤ ਵਧੀਆ ਕੀਤਾ, ਜਿਹੜਾ ਗੁਰੂ ਨਾਨਕ ਸਾਹਿਬ ਦਾ ਜ਼ਿਕਰ ਵੀ ਕੀਤਾ, ਕਬੀਰ ਜੀ ਦਾ ਜ਼ਿਕਰ ਵੀ ਕੀਤਾ, ਕਿ ਕਬੀਰ ਤੇ ਗੁਰੂ ਨਾਨਕ ਸਮਕਾਲੀ ਤੇ ਹੈ ਨਹੀਂ ਸੀ, ਕਬੀਰ ਸਾਹਿਬ ਤਾਂ ਉਸ ਤੋਂ ਪਹਿਲਾਂ ਹੁੰਦੇ ਨੇ। ਬਿਲਕੁਲ ਇਹ ਗੱਲ ਤੁਸੀਂ ਜਿਹੜਾ ਜ਼ਿਕਰ ਕੀਤਾ ਉਸ ਦੀ ਪ੍ਰਸੰਗਤਾ ਇਹ ਆ, ਇਹ ਸਾਰੇ ਵਾਰਤਾਲਾਪ ਦੇ ਵਿੱਚ ਜੀ ਜਿਹੜੇ ਅੱਜ ਵੀ ਕੱਚ ਘਰੜ ਕਿਸਮ ਦੀਆਂ ਗੱਲਾਂ ਕਰਦੇ, ਗੁਰੂ ਗੋਬਿੰਦ ਸਿੰਘ ਤੇ ਗੁਰੂ ਨਾਨਕ ਦੇਵ ਜੀ ਦੇ ਵਿਚਾਲੇ ਫਰਕ ਖੜਾ ਕਰਦੇ, ਜਿਹੜੇ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਦਾ ਰਸਤਾ ਇਹ ਸੀਗਾ, ਆ ਬਾਅਦ 'ਚ ਮਾਰ ਧਾੜ ਦਾ ਰਸਤਾ ਜਿਹੜਾ ਸੀਗਾ ਅਸੀਂ ਉਹਦੇ ਨਾਲ ਸਹਿਮਤ ਨਹੀਂ। ਕਈ ਬੰਦੇ ਗੱਲਾਂ ਕਰਦੇ ਰਹਿੰਦਾ ਸੀ, ਪਰ ਉਹਨਾਂ ਨੂੰ ਇਹ ਸਮਝਾਉਣਾ ਪੈਣਾ ਬਿਠਾ ਕੇ ਕਿ ਚੰਗੀ ਤਰ੍ਹਾਂ ਇਤਿਹਾਸ ਦੁਬਾਰਾ ਪੜ੍ਹੋ, ਘੱਟੋ ਘੱਟ ਗ੍ਰੰਥ ਸਾਹਿਬ ਦੇ ਉੱਤੇ ਇੱਕ ਨਿਗਾਹ ਮਾਰ ਲਓ। ਹਾਂਜੀ, ਜਿਹੜੀ ਬਾਅਦ 'ਚ ਗੁਰੂਆਂ ਦੀ ਬਾਣੀ ਜਿਹੜੀ ਵੀ ਦਰਜ ਹੋਈ ਹੈ, ਉਹਨਾਂ ਨੇ ਸਭ ਨੇ ਆਪਣੇ ਆਪ ਨੂੰ ਨਾਨਕ ਕਹਿ ਕੇ ਸੰਬੋਧਨ ਕੀਤਾ। ਬਿਲਕੁਲ ਸਹੀ ਹੈ, ਕਿਉਂਕਿ ਜਿਹੜੀ ਬੈਟਨ ਗੁਰੂ ਨਾਨਕ ਸਾਹਿਬ ਨੇ ਅਗਾਂਹ ਗੁਰੂਆਂ ਨੂੰ ਦਿੱਤੀ ਆ, ਉਸੇ ਨੂੰ ਲੈ ਕੇ ਸਪਿਰਿਟ ਅੱਗੇ ਤੁਰਦੀ ਰਹੀ। ਬਿਲਕੁਲ, ਜਿਹੜਾ ਜੁਝਾਰੂਪੁਣਾ ਵੀ ਹੈ ਉਸ ਸਪਿਰਿਟ 'ਚੋਂ ਆਇਆ। ਗੁਰੂ ਨਾਨਕ ਸਾਹਿਬ ਵੇਲੇ ਹਥਿਆਰਬੰਦ ਲੜਾਈ ਦੀ ਲੋੜ ਨਹੀਂ ਸੀ, ਇਹ ਗੱਲ ਵੱਖਰੀ ਹੈ, ਪਰ ਉਹਨਾਂ ਨੇ ਜੁਝਾਰੂਪਣ ਨੂੰ ਛੱਡਿਆ ਨਹੀਂ। ਬਿਲਕੁਲ, ਜੇਲ੍ਹ ਵਿੱਚ ਵੀ ਗਏ ਔਰ ਲੋਕਾਂ ਨੂੰ ਨਿਰੰਤਰਤਾ ਦੇ ਨਾਲ ਪ੍ਰੇਰਿਆ ਇਸ ਗੱਲ ਲਈ ਕਿ ਜਦੋਂ ਜ਼ੁਲਮ ਹੋਏਗਾ ਉਸ ਦੇ ਖਿਲਾਫ ਖੜੇ ਹੋਣਾ। ਕਬੀਰ ਹੋਣਾ ਨੇ ਵੀ ਇਹ ਗੱਲ ਕਹੀ, ਕਬੀਰ ਨੇ ਕਿਹੜਾ ਹਥਿਆਰ ਚੁੱਕਿਆ ਸੀਗਾ। ਹਾਂਜੀ, ਪਰ ਕਹਿਣ ਦਾ ਮਤਲਬ ਕਿ ਜਦੋਂ ਅਸੀਂ ਇਦਾਂ ਦੀ ਗੱਲਾਂ ਕਰਨ ਲੱਗ ਪੈਂਦੇ ਹਾਂ, ਹਾਂਜੀ, ਬਿਨਾਂ ਪੜ੍ਹਿਆ ਹੀ ਔਰ ਸੰਵੇਦਨਹੀਨ ਹੋ ਕੇ ਕੰਪੈਰੀਜ਼ਨ ਕਰਨ ਲੱਗ ਪੈਂਦੇ ਕਿ ਜੀ ਗੁਰੂ ਗੋਬਿੰਦ ਸਿੰਘ ਦਾ ਰਸਤਾ ਹੋਰ ਸੀ, ਗੁਰੂ ਨਾਨਕ ਦੇਵ ਜੀ ਦਾ ਰਸਤਾ ਹੋਰ ਸੀ, ਮੈਨੂੰ ਲੱਗਦਾ ਉਹ ਇਤਿਹਾਸ ਨਾਲ ਵੀ ਅਸੀਂ ਖਿਲਵਾੜ ਕਰ ਰਹੇ ਹਾਂ, ਧਰੋ ਕਰ ਰਹੇ ਹਾਂ। ਸੱਚਾਈ ਇਸ ਕੰਟੀਨਿਊਟੀ ਨੂੰ ਲਗਾਤਾਰ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਕਦੇ ਵੀ ਤੁਸੀਂ ਨਾਨਕ ਸਾਹਿਬ ਦੀ ਫਿਲਾਸਫੀ ਨੂੰ ਗੁਰੂ ਗੋਬਿੰਦ ਸਿੰਘ ਦੀ ਫਿਲਾਸਫੀ ਨਾਲ ਵੱਖਰਾ ਕਰਕੇ ਨਹੀਂ ਵੇਖ ਸਕਦੇ। ਇਹ ਬਹੁਤ ਵੱਡੀ ਜਿਹੜੀ ਗੱਲ ਤੁਸੀਂ ਕਹੀ ਹੈ, ਮੈਂ ਗੋਕੁਲ ਚੰਦ ਨਾਰੰਗ ਬਾਰੇ, ਇੰਦੂ ਭੂਸ਼ਣ ਬੈਨਰਜੀ ਤੇ ਕਈ ਜਿਹੜੀਆਂ ਕਿਤਾਬਾਂ ਜਾਂ ਹੋਰ ਬਹੁਤ ਸਾਰੇ ਨਾਮ ਇੱਥੇ ਅੰਕਿਤ ਨੇ, ਜਦੋਂ ਪੜ੍ਹਦੇ ਹਾਂ ਤਾਂ ਉਹ ਇਸ ਗੱਲ ਨੂੰ ਸਮਝ ਹੀ ਨਹੀਂ ਸਕੇ, ਜਾਂ ਉਹਨਾਂ ਦੀ ਇੰਟੈਂਸ਼ਨ ਜਿਹੜੀ ਸੀ, ਜਾਂ ਫਿਰ ਅਸੀਂ ਇਹ ਵੀ ਦੇਖਦੇ ਹਾਂ ਕਿ ਕੁਝ ਇੱਕ ਤਾਕਤਾਂ ਜਿਹੜੀਆਂ ਕਿ ਇਸ ਕਿਸਮ ਦੀਆਂ ਨੇ, ਜਿਹੜੀਆਂ ਕਿ ਇਹਨਾਂ ਸਾਰੀਆਂ ਕੁਰਬਾਨੀਆਂ ਨੂੰ ਇੱਕ ਖਾਸ ਪੈਟਰੋਟਿਜ਼ਮ ਦੇ ਪ੍ਰਸੰਗ 'ਚ ਪੇਸ਼ ਕਰਦੀਆਂ ਨੇ, ਖਾਸ ਰਾਸ਼ਟਰਵਾਦ ਦੇ, ਖਾਸ ਨੈਸ਼ਨਲਿਜ਼ਮ ਦੇ ਵਿੱਚ, ਕਿ ਇਹ ਜਿਹੜਾ ਸੀ ਦੇਖੋ ਇਹ ਜਿਹੜੀ ਕੁਰਬਾਨੀ ਹੋਈ, ਖਾਸ ਕਰਕੇ ਜਿਵੇਂ ਅਸੀਂ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੀ ਗੱਲ ਕਰੀਏ, ਉਸ ਵੇਲੇ ਜਹਾਂਗੀਰ ਦਾ ਜ਼ੁਲਮ ਸੀ, ਜਹਾਂਗੀਰ ਜ਼ਾਲਮ ਸੀ ਤੇ ਜ਼ਾਲਮ ਨੇ ਆਪਣਾ ਜ਼ੁਲਮ ਕੀਤਾ। ਗੁਰੂ ਸਾਹਿਬ ਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੁਨੇਹਾ ਸੀ ਉਹ ਸਭੇ ਸਾਂਝੀ ਵਾਲਸਦਾਇਨ ਦਾ ਸੀ। ਉੱਥੇ ਕਾਜ਼ੀ ਨੂੰ ਵੀ ਉਹ ਆਲੋਚਨਾ ਸਹਿਣੀ ਪਈ, ਉੱਥੇ ਜਿਹੜਾ ਬ੍ਰਾਹਮਣ ਸੀ ਉਸ ਨੂੰ ਵੀ ਆਲੋਚਨਾ ਸਹਿਣੀ ਪਈ। ਬ੍ਰਾਹਮਣ ਉਸ ਵੇਲੇ ਦੀਵਾਨ ਚੰਦੂ ਵਰਗੇ ਦੁਖੀ ਸਨ, ਤੇ ਕਾਜ਼ੀ ਜਿਹੜੇ ਸੀ ਉਸ ਵੇਲੇ ਜਿਹੜੇ ਉਸ ਦੇ ਸਮਕਾਲੀ ਸੀ, ਜਿਨ੍ਹਾਂ ਨੇ ਬਾਅਦ ਦੇ ਵਿੱਚ ਜਹਾਂਗੀਰ ਨੂੰ ਇਸ ਗੱਲ ਲਈ ਤਿਆਰ ਕੀਤਾ ਕਿ ਇਹਨਾਂ ਨੂੰ ਕਿਸ ਤਰੀਕੇ ਨਾਲ ਯਾਸਾਂ ਦੇ ਅਧੀਨ ਜਿਹੜਾ ਹੈ ਸ਼ਹੀਦ ਕੀਤਾ ਜਾਵੇ। ਸੋ ਜਹਾਂਗੀਰ ਦਾ ਜਿਹੜਾ ਜ਼ੁਲਮ ਸੀ ਉਹ ਜ਼ੁਲਮ ਦੇ ਨਾਲ ਸਾਰੇ ਜੁੜੇ ਹੋਏ ਸੀ, ਪਰ ਇਹ ਜਿਹੜੀ ਸ਼ਹਾਦਤ ਸੀ ਇਹ ਸਿਧਾਂਤ ਲਈ ਹੋਈ ਕਿ ਸਾਰੇ ਲੋਕ ਜਿਹੜੇ ਹਨ ਉਹ ਆਪਣੀ ਅਕੀਦੇ ਤੇ ਵਿਸ਼ਵਾਸ ਦੇ ਉੱਪਰ ਕਾਇਮ ਰਹਿਣ। ਪਰ ਉਹ ਵਿਸ਼ਵਾਸ ਕੀ ਹੈ ਕਿ ਵਿਤਕਰਾ ਨਾ ਹੋਵੇ, ਰੰਗ ਨਸਲ ਫਰਕ ਦਾ ਵਿਤਕਰਾ ਨਾ ਹੋਵੇ। ਇੱਕ ਗੁਰੂ ਗ੍ਰੰਥ ਸਾਹਿਬ ਜਿਹੜਾ ਹੈ ਸਾਰਿਆਂ ਦੇ ਵਿੱਚ ਪੇਸ਼ ਕਰਕੇ ਸਾਡੇ ਸਾਹਮਣੇ ਰੱਖ ਦਿੱਤਾ। ਗੁਰੂ ਹਰਗੋਬਿੰਦ ਸਾਹਿਬ ਨੇ ਫਿਰ ਇਸੇ ਹੀ ਜ਼ਾਲਮ ਹਕੂਮਤ ਦੇ ਖਿਲਾਫ ਸੰਘਰਸ਼ ਵੀ ਕੀਤਾ। ਗੁਰੂ ਹਰਗੋਬਿੰਦ ਸਾਹਿਬ ਦੇ ਇੱਕ ਨਹੀਂ ਕਈ ਜੰਗ ਹੋਏ, ਜਿਹੜੇ ਕਿ ਸ਼ਾਹਜਹਾਂ ਦੇ ਨਾਲ ਬਕਾਇਦਾ ਹੋਏ। ਬਾਜ ਤੇ ਤਾਜ ਦੀ ਲੜਾਈ ਵੀ ਹੋਈ। ਦੇਖੋ ਬਾਜ ਜਿਹੜਾ ਸੀ ਕੋਈ ਬਾਜ ਫੜਨ ਵਾਲੀ ਗੱਲ ਨਹੀਂ ਸੀ, ਇਹ ਬਾਜ ਤੇ ਤਾਜ ਸਾਨੂੰ ਰੱਖਣ ਦੀ ਆਗਿਆ ਕਿਉਂ ਨਹੀਂ ਰੱਖ ਸਕਦੇ, ਜਿਨ੍ਹਾਂ ਨੂੰ ਤੁਸੀਂ ਨੀਵੇਂ ਕਹਿ ਰਹੇ ਹੋ, ਦਬੇ ਕੁਚਲੇ ਕਹਿ ਰਹੇ ਹੋ। ਉਹੀ ਗੱਲ ਇਤਿਹਾਸ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਸੀ। ਉਹਨਾਂ ਦੀ ਸ਼ਹਾਦਤ ਉਸ ਸਿਧਾਂਤ ਲਈ ਹੋਈ ਜਿਹਦੇ 'ਚ ਉਹ ਵਿਸ਼ਵਾਸ ਹੀ ਨਹੀਂ ਕਰਦੇ, ਜਿਹਦੇ ਖਿਲਾਫ ਗੁਰੂ ਨਾਨਕ ਸਾਹਿਬ ਨੇ ਪਹਿਲਾ ਕਦਮ ਚੁੱਕਿਆ ਕਿ ਮੈਂ ਤਿਲਕ ਜੰਝੂ ਜਿਹੜਾ ਹੈ ਇਸ ਦੇ ਵਿੱਚ ਕੋਈ ਮੇਰੀ ਲੈਣ ਦੇਣ ਨਹੀਂ ਤੇ ਮੈਂ ਇਹਨੂੰ ਮੰਨਦਾ ਨਹੀਂ। ਤੇ ਗੁਰੂ ਤੇਗ ਬਹਾਦਰ ਜੀ ਨੂੰ ਤਿਲਕ ਜੰਝੂ ਰਾਖਾ ਪ੍ਰਭ ਤਾਕਾ, ਕੀਨੋ ਬੜੋ ਕਲੂ ਮੈਂ ਸਾਕਾ, ਸਾਧਨ ਹੇਤ ਤਿਤੀ ਜਨ ਕਰੀ, ਸੀਸ ਦਿਆ ਪਰਸੀਨਾ ਉਚਰੀ ਕਿਹਾ ਗਿਆ। ਪਰ ਇਹਦਾ ਮਤਲਬ ਇਹ ਨਹੀਂ ਸੀ ਕਿ ਕੇਵਲ ਉਸ ਵੇਲੇ ਖਾਸ ਮੁਗਲਿਆ ਹਕੂਮਤ ਦੇ ਵਿਰੁੱਧ ਤੇ ਜਿਹੜੇ ਹਿੰਦੂ ਧਰਮ ਦੇ ਹੱਕ ਦੇ ਵਿੱਚ ਕੁਰਬਾਨੀ ਦਿੱਤੀ ਗਈ। ਜਿਹੜਾ ਇਹ ਵੀ ਕਹਿਣਾ ਹਿੰਦ ਦੀ ਚਾਦਰ, ਇਹ ਵੀ ਗਲਤ ਹੈ। ਜੇਕਰ ਉਸ ਵੇਲੇ ਪੀੜਤ ਦੂਸਰੀ ਧਿਰ ਵੀ ਹੁੰਦੀ ਤਾਂ ਗੁਰੂ ਸਾਹਿਬ ਦਾ ਇਤਿਹਾਸ ਉਹੀ ਹੁੰਦਾ। ਤੇ ਗੁਰੂ ਗੋਬਿੰਦ ਸਿੰਘ ਜੀ ਨੇ ਫਿਰ ਹਥਿਆਰਬੰਦ ਸੰਘਰਸ਼ ਨਾਲ ਲੈ ਕੇ ਚੱਲੇ ਤੇ ਫਿਰ ਜ਼ਾਲਮਾਂ ਨੂੰ ਸੋਧਿਆ ਵੀ ਤੇ 4 ਸਾਹਿਬਜ਼ਾਦੇ ਸ਼ਹੀਦ ਹੋਏ। ਸੋ ਇਹ ਮੈਨੂੰ ਲੱਗਦਾ ਕਿ ਇਸ ਦੀ ਨਿਰੰਤਰਤਾ ਜਿਹੜੀ ਹੈ ਉਸ ਨੂੰ ਤੋੜਨ ਵਾਲੇ ਬਹੁਤ ਵੱਡੇ ਪੱਧਰ ਤੇ ਇੱਕ ਇਤਿਹਾਸ ਨੂੰ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਨੇ। ਦੋ ਗੱਲਾਂ ਇਕੱਠੀਆਂ ਚੱਲ ਰਹੀਆਂ ਗੁਰੂਦਰ ਸਿੰਘ ਇਸ ਵਿੱਚ। ਇੱਕ ਤਾਂ ਉਹ ਨੇ ਜਿਹੜੇ ਗਾਂਧੀਵਾਦ ਦੇ ਰੋਮਾਂਟਿਸਿਜ਼ਮ ਤੋਂ ਇੰਨੇ ਪ੍ਰਭਾਵਿਤ ਹੋ ਗਏ ਜੀ ਕਿ ਉਹਨਾਂ ਨੇ ਮਤਲਬ ਬਿਨਾਂ ਇਤਿਹਾਸ ਦੇ ਵਿੱਚ ਡੂੰਘਾਈ 'ਚ ਗਏ, ਬਿਨਾਂ ਜਾਇਆ ਆਪਣੇ ਤੌਰ ਤੇ ਹੀ ਤੈਅ ਕਰ ਲਿਆ ਕਿ ਗੁਰੂ ਗੋਬਿੰਦ ਸਿੰਘ ਦਾ ਰਸਤਾ ਵੱਖਰਾ ਸੀ ਤੇ ਗੁਰੂ ਨਾਨਕ ਦੇਵ ਜੀ ਦਾ ਰਾਹ ਵੱਖਰਾ ਸੀ। ਉਸ ਰੋਮਾਂਟਿਸਿਜ਼ਮ ਵਿੱਚੋਂ ਉਹਨਾਂ ਦੇ ਉੱਤੇ ਅਸੀਂ ਇਹ ਕਹਿ ਸਕਦੇ ਹਾਂ ਕਿ ਉਹਨਾਂ ਦੀ ਬੇਵਕੂਫੀ ਜਾਂ ਘਾਟਕ ਲਈ ਇਹ ਤਾਂ ਕਹੀ ਜਾ ਸਕਦੀ ਹੈ। ਦੂਜਾ ਪਾਸਾ ਜਿਹੜਾ ਆ ਉਹ ਖਤਰਨਾਕ ਬਹੁਤ ਜ਼ਿਆਦਾ। ਉਹ ਕੀ ਕਰ ਰਹੇ, ਗੁਰੂ ਨਾਨਕ ਦੇਵ ਜੀ ਨੂੰ ਵੀ ਤੇ ਗੁਰੂ ਗੋਬਿੰਦ ਸਿੰਘ ਜੀ ਦੋਨਾਂ ਨੂੰ ਹੀ ਉਹਨਾਂ ਨੇ ਐਪਰੋਪ੍ਰੀਏਟ ਕੀਤਾ, ਮਤਲਬ ਕੁਵਰਤੋਂ ਕੀਤੀ ਉਹਨਾਂ ਦੀ। ਦੋਨਾਂ ਨੂੰ ਹੀ ਰਾਸ਼ਟਰਵਾਦ ਦਾ ਬਿੰਬ ਬਣਾ ਕੇ ਪੇਸ਼ ਕੀਤਾ।
ਇਸਲਾਮ ਦੇ ਖਿਲਾਫ ਖੜਾ ਕਰਨ ਦੀ ਕੋਸ਼ਿਸ਼ ਕੀਤੀ। ਦੋਨੇ ਹੀ ਪਹੁੰਚਾਂ ਗਲਤ ਨੇ। ਪਹਿਲੀ ਗੱਲ ਤਾਂ ਲਗਾਤਾਰਤਾ ਸਮਝਣੀ ਜ਼ਰੂਰੀ ਹੈ ਜੀ, ਫਿਰ ਜਿਹੜਾ ਲਗਾਤਾਰਤਾ ਵਿੱਚ ਜਿਹੜਾ ਇੱਕ ਕਾਮਨ ਸੁਨੇਹਾ ਉਸ ਨੂੰ ਸਮਝਣਾ ਜ਼ਰੂਰੀ ਹੈ। ਜੀ ਜੀ, ਤੁਸੀਂ ਬਿਲਕੁਲ ਸਹੀ ਕਿਹਾ, ਜਿਵੇਂ ਗੁਰੂ ਨਾਨਕ ਦੇਵ ਜੀ ਨੇ ਜਿਵੇਂ ਜੰਜੂ ਪਹਿਨਣ ਤੋਂ ਨਾ ਕੀਤੀ। ਹਾਂਜੀ ਪਹਿਲੀ ਗੱਲ ਕਿ ਜਿਹੜਾ ਬੁਨਿਆਦੀ ਤੌਰ ਤੇ ਜਿੱਥੋਂ ਬੁਨਿਆਦ ਸ਼ੁਰੂ ਹੁੰਦੀ ਹੈ, ਹਾਂਜੀ, ਪਹਿਲਾ ਹੱਲਾ ਗੁਰੂਆਂ ਦਾ ਬ੍ਰਾਹਮਣਵਾਦ ਤੇ ਸੀ, ਜ਼ਾਤ ਪਾਤ ਦੇ ਕੋਡ ਦੇ ਖਿਲਾਫ। ਬਿਲਕੁਲ ਜਦੋਂ ਲੰਗਰ ਪ੍ਰਥਾ ਸ਼ੁਰੂ ਕਰਨ ਦੀ ਲੋੜ ਕੀ ਸੀ ਉਹਨਾਂ ਨੂੰ? ਗੁਰੂ ਨਾਨਕ ਦੇਵ ਜੀ ਜਨੇਊ ਪਾਉਣ ਤੋਂ ਕਿਉਂ ਇਨਕਾਰ ਕੀਤਾ? ਬੁੱਤ ਪੂਜਕ ਕਿਉਂ ਨਾ ਬਣੇ? ਅਗਾਂਹ ਜਾ ਕੇ ਗੁਰੂਆਂ ਨੇ ਮੁੰਡਨ ਦਾ ਵਿਰੋਧ ਵੀ ਕੀਤਾ ਜੀ, ਜਿਹਦੇ ਕਰਕੇ ਇੱਕ ਰਵਾਇਤ ਬਣੀ ਕਿ ਕੇਸ ਵਧਾਏ ਜਾਣ। ਕਈ ਲੋਕ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਬਾਅਦ ਇਹ ਪਰੰਪਰਾ ਸ਼ੁਰੂ ਹੋਈ ਹੈ, ਇਹ ਗੱਲ ਠੀਕ ਨਹੀਂ ਆ, ਬਿਲਕੁਲ ਗਲਤ ਹੈ, ਇਹ ਪਹਿਲਾਂ ਤੋਂ ਪਰੰਪਰਾ ਸੀ ਆਪਣੀ। ਸੋ ਇਹ ਜਿਹੜੀਆਂ ਗੱਲਾਂ ਨੇ ਇਸ ਦੱਸਦੀਆਂ ਨੇ ਕਿ ਬ੍ਰਾਹਮਣਵਾਦ ਤੇ ਪਹਿਲਾ ਹੱਲਾ ਸੀ ਉਹਨਾਂ ਦਾ। ਅਖੀਰ 'ਚ ਅਸੀਂ ਵੇਖਦੇ ਹਾਂ ਗੁਰੂ ਸਾਹਿਬ ਦੇ ਉੱਤੇ ਗੋਬਿੰਦ ਸਿੰਘ ਜੀ ਦੇ ਜਿਹੜੇ ਅਨੰਦਪੁਰ ਦੇ ਉੱਤੇ ਹਮਲਾ ਕਿਹਨਾਂ ਕੋਲੋਂ ਸਭ ਤੋਂ ਪਹਿਲਾਂ ਹੋਇਆ? ਪਹਾੜੀ ਰਾਜਿਆਂ ਵੱਲੋਂ ਹੋਇਆ। ਬਿਲਕੁਲ, ਕਿਉਂਕਿ ਉਹਨਾਂ ਦੇ ਮਨ 'ਚ ਇਹ ਈਰਖਾ ਸੀ ਕਿ ਤੁਸੀਂ ਸੋ ਕਾਲਡ ਕਮੀਨ ਸਾਡੇ ਸਿਰ ਤੇ ਬਿਠਾ ਦੇ, ਹਥਿਆਰ ਚੱਕਣ ਦੀ ਉਹਨਾਂ ਨੂੰ ਜਾਚ ਸਿਖਾਤੀ, ਤਕਲੀਫ ਸੀ ਉਹਨਾਂ ਨੂੰ ਇਸ ਗੱਲ ਦੀ। ਸੋ ਇਸ ਕਰਕੇ ਜਿਹੜਾ ਕੌਨਫਲਿਕਟ ਹੈ ਜਿੱਥੋਂ ਸ਼ੁਰੂ ਹੋਇਆ, ਪਹਿਲਾਂ ਤਾਂ ਉਸ ਦੀ ਪਛਾਣ ਕਰਨੀ ਜ਼ਰੂਰੀ ਹੈ, ਕਿਉਂਕਿ ਸਟੇਟ ਦਾ ਕੰਟਰੋਲ ਉਸ ਵੇਲੇ ਇਸਲਾਮਿਸਟਾਂ ਦੇ ਕੋਲ ਸੀਗਾ। ਸਟੇਟ ਖੁਦ ਇੱਕ ਜਾਬਰ ਤੌਰ ਤੇ ਕੰਮ ਕਰ ਰਿਹਾ ਸੀ, ਜਿਹਦੇ ਨਾਲ ਬ੍ਰਾਹਮਣ ਵੀ ਜੁੜੇ ਹੋਏ ਸੀਗੇ, ਉਹਨਾਂ ਦੇ ਹਿੱਤ ਵੀ ਸਾਂਝੇ ਸੀਗੇ, ਕਿਉਂਕਿ ਉਹਨਾਂ ਨੇ ਜ਼ਾਤ ਪਾਤ ਦੇ ਕੋਡ ਨੂੰ ਹੱਥ ਨਹੀਂ ਲਾਇਆ, ਉਹਨਾਂ ਨੇ ਨਹੀਂ ਜ਼ਾਤ ਪਾਤ ਦੇ ਕੋਡ ਨੂੰ ਛੂਇਆ ਜੀ ਜੀ। ਉਹਨਾਂ ਦਾ ਮਕਸਦ ਨਹੀਂ ਸੀ, ਉਹਨਾਂ ਨੂੰ ਪਤਾ ਸੀ ਜੇ ਸਲਤਨਤ ਚਲਾਉਣੀ ਹੈ ਤਾਂ ਸਾਨੂੰ ਇਦਾਂ ਰੱਖਣਾ ਪੈਣਾ। ਬਿਲਕੁਲ। ਸੋ ਗੁਰੂਆਂ ਨੇ ਚੈਲੰਜ ਕੀਤਾ ਉਹਨੂੰ, ਬਿਲਕੁਲ, ਜਾਂ ਆਪਣੇ ਟਾਈਮ 'ਚ ਬੁੱਧ ਨੇ ਚੈਲੰਜ ਕੀਤਾ, ਉਹਨਾਂ ਤੋਂ ਵੱਡਾ ਖਤਰਾ ਸੀਗਾ। ਸੋ ਤਾਂ ਕਰਕੇ ਉਹਨਾਂ ਨੇ ਇਸ ਤਰੀਕੇ ਨਾਲ ਚਲਾਕੀ ਨਾਲ ਗੁਰੂਆਂ ਦੇ ਇਤਿਹਾਸ ਨੂੰ ਵਿਗਾੜ ਕੇ ਪੇਸ਼ ਕੀਤਾ ਕਿ ਇਸਲਾਮ ਦੇ ਖਿਲਾਫ ਲੜਾਈ ਸੀ, ਜਦੋਂ ਕਿ ਇਸਲਾਮ ਦੇ ਖਿਲਾਫ ਲੜਾਈ ਨਹੀਂ ਸੀ, ਲੜਾਈ ਬ੍ਰਾਹਮਣਵਾਦ ਦੇ ਨਾਲ ਸੀ ਤੇ ਜਿਹੜੇ ਰਾਜ ਕਰ ਰਹੀਆਂ ਤਾਕਤਾਂ ਦੇ ਖਿਲਾਫ, ਉਹਨਾਂ ਦੇ ਜ਼ਬਰ ਦੇ ਖਿਲਾਫ ਸੀ। ਇਹ ਇਸ ਗੱਲ ਦਾ ਨਿਤਾਰਾ ਕਰਨਾ ਜ਼ਰੂਰੀ ਹੈ। ਜਦੋਂ ਤੱਕ ਇਹ ਨਿਤਾਰਾ ਨਹੀਂ ਹੁੰਦਾ, ਉਹ ਤੋਂ ਇਹ ਕਨਫਿਊਜ਼ਨ ਰਹੇਗੀ ਲੋਕਾਂ ਦੇ ਵਿੱਚ। ਔਰ ਅਫਸੋਸ ਦੀ ਗੱਲ ਕਿ ਜਿਹੜਾ ਲੋਕਾਂ ਨੇ ਇਤਿਹਾਸ ਇਸ ਕਿਸਮ ਦਾ ਲਿਖਿਆ, ਚਾਹੇ ਉਹ ਰਾਸ਼ਟਰਵਾਦ ਦੇ ਚਸ਼ਮੇ ਚਾੜੇ ਹੋਏ, ਉਹਨਾਂ ਨੇ ਖੋਪੇ ਚਾੜੇ ਹੋਏ, ਜਾਂ ਜਿਹੜੇ ਲੋਕ ਗਾਂਧੀਵਾਦ ਦੇ ਰੋਮੈਂਟਿਸਿਜ਼ਮ ਤੋਂ ਪ੍ਰਭਾਵਿਤ ਹੋ ਕੇ ਅੰਨ੍ਹੇਵਾਹੀ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਦੇ ਵਿਚਾਲੇ ਇੱਕ ਕੰਧ ਖੜੀ ਕਰ ਰਹੇ, ਉਹਨਾਂ ਤੋਂ ਸੁਚੇਤ ਰਹਿਣ ਦੀ ਲੋੜ ਆ। ਤੁਸੀਂ ਬਹੁਤ ਪਿਆਰੀ ਗੱਲ ਕਹੀ ਕਿ ਜਿਹੜਾ ਜ਼ੁਲਮ ਕਰਨ ਵਾਲਾ, ਉਹਦਾ ਕੋਈ ਵੀ ਧਰਮ ਹੈ, ਉਹਦਾ ਕੋਈ ਵੀ ਮਜ਼ਹਬ ਹੈ, ਜਾਂ ਕੋਈ ਵੀ ਫਿਰਕਾ ਹੈ, ਉਹ ਜ਼ਾਲਮ ਹੈ, ਤੇ ਜਿਹੜਾ ਉਸ ਦੇ ਖਿਲਾਫ ਲੜਨ ਵਾਲਾ, ਉਹਨੇ ਤਹੀਆ ਕੀਤਾ ਹੋਇਆ ਕਿ ਮੈਂ ਜ਼ੁਲਮ ਦੇ ਖਿਲਾਫ ਲੜਨਾ। ਹੁਣ ਦੇਖੋ, ਸੁੱਖਾ ਸਿੰਘ ਮਹਿਤਾਬ ਸਿੰਘ, ਮੱਸਾ ਰੰਗੜ ਉਸ ਵੇਲੇ ਕਾਬਜ਼ ਹੈ। ਮੱਸਾ ਰੰਗੜ ਨੇ ਦਰਬਾਰ ਸਾਹਿਬ ਦੀ ਬੇਰਹਿਮਤੀ ਕੀਤੀ, ਮਤਲਬ ਪ੍ਰਤੀਕ ਇਹ ਹੈ ਕਿ ਸਿੱਖ ਧਰਮ ਦੀਆਂ ਮੂਲ ਕਦਰਾਂ ਕੀਮਤਾਂ ਨੂੰ ਨਸਤ ਨਬੂਦ ਕਰਨ ਦੀ ਕੋਸ਼ਿਸ਼ ਕੀਤੀ। ਤਾਂ ਸੁੱਖਾ ਸਿੰਘ ਮਹਿਤਾਬ ਸਿੰਘ ਨੂੰ ਇਹ ਹੁਕਮ ਹੋਇਆ ਪੰਥ ਵੱਲੋਂ ਕਿ ਇਹਦਾ ਸਿਰ ਵੱਢਣਾ। ਇਤਿਹਾਸ ਹੋ ਗਿਆ। ਉਹ ਮੱਸਾ ਰੰਗੜ ਜਿਸਨੇ ਜ਼ੁਲਮ ਕੀਤਾ, ਉਸ ਦਾ ਤੁਰਕੀਆ ਜਾਂ ਮੁਗਲੀਆ ਜਾਂ ਮੁਸਲਿਮ ਜਾਂ ਬੈਕਗਰਾਊਂਡ ਕੀ ਹੈ, ਉਸ ਨੂੰ ਉਸ ਦਾ ਕਸ਼ਟ ਭੋਗਣਾ ਪਿਆ ਉਸ ਬੰਦੇ ਨੂੰ। ਇਹ ਗੱਲ ਪਰੇ ਕਰਕੇ ਵੀ ਉਹੀ ਦਰਬਾਰ ਸਾਹਿਬ ਉਸੇ 'ਤੇ ਹਮਲਾ ਕਰਨ ਵਾਲਾ ਪਾਤਰ ਬਦਲਿਆ। ਉਹ ਭਾਰਤੀ ਹੁਕਮਰਾਨ ਆਏ, ਭਾਰਤੀ ਹੁਕਮਰਾਨਾਂ ਦੀ ਅਗਵਾਈ ਕਰਨ ਵਾਲੇ, ਚਾਹੇ ਉਹ ਇੰਦਰਾ ਗਾਂਧੀ ਮੌਕੇ ਦੀ ਹਕੂਮਤ ਦੇ ਕਾਬਜ਼ ਸੀ ਜਾਂ ਕੋਈ ਵੀ ਸੀ, ਉਸ ਵੇਲੇ ਉਹਨਾਂ ਨੇ ਦਰਬਾਰ ਸਾਹਿਬ ਨੂੰ ਨਿਸ਼ਾਨਾ ਬਣਾਇਆ। ਉਸ ਤੋਂ ਪਹਿਲਾਂ ਵੀ ਜਿਵੇਂ ਅਸੀਂ ਅੱਗੇ ਜ਼ਿਕਰ ਕੀਤਾ ਕਿ ਜੁਲਾਈ 4, 1955 ਨੂੰ ਦਰਬਾਰ ਸਾਹਿਬ ਪੰਜਾਬੀ ਸੂਬੇ ਦੇ ਮੋਰਚੇ ਲਈ ਲੋਕ ਇਕੱਠੇ ਹੋਏ। ਉਹਨਾਂ ਦਾ ਮਕਸਦ ਕੀ ਸੀ ਕਿ ਜ਼ੁਬਾਨ ਦੀ ਬਚਤ ਲਈ ਉੱਥੇ ਇਕੱਠੇ ਹੋਣਾ, ਕਿਉਂਕਿ ਪ੍ਰੇਰਨਾ ਉੱਥੋਂ ਮਿਲ ਰਹੀ ਹੈ। ਪਰ ਹਮਲਾ ਕਰਨ ਵਾਲੇ ਕੌਣ ਸੀ? ਉਸ ਵੇਲੇ ਦੀ ਭਾਰਤੀ ਹਕੂਮਤ ਦੇ ਆਗੂ, ਜਿਹੜੀ ਕਿ ਉਸ ਵੇਲੇ ਕੋਈ ਮੁਗਲੀਆ ਹਕੂਮਤ ਨਹੀਂ ਸੀ, ਸੋ ਕਾਲਡ ਜਿਹੜੀ ਹਿੰਦੂਤਵੀ ਤਾਕਤਾਂ ਸਨ। ਇਹਨਾਂ ਤਾਕਤਾਂ ਨੇ ਜਦੋਂ ਦਰਬਾਰ ਸਾਹਿਬ ਨੂੰ ਨਿਸ਼ਾਨਾ ਬਣਾਇਆ ਤੇ ਖਾਲਸਾ ਉਸ ਵੇਲੇ ਵੀ ਉਵੇਂ ਲੜਿਆ। ਮੱਸਾ ਰੰਗੜ ਜ਼ੁਲਮ ਕਰ ਰਿਹਾ ਸੀ, ਚਾਹੇ ਜ਼ੁਲਮ 20ਵੀਂ ਸਦੀ ਦੇ ਵਿੱਚ ਇੰਦਰਾ ਗਾਂਧੀ ਦੇ ਜਾਂ ਉਸ ਦੀ ਪੂਰੀ ਪਾਰਟੀ ਜਾਂ ਸਰਕਾਰ ਦੇ ਸਟੇਟ ਦੇ ਵੱਲੋਂ ਹੋ ਰਿਹਾ। ਕਹਿਣ ਦਾ ਭਾਵ ਇਹ ਹੈ ਕਿ ਸਿੱਖ ਇਸ ਗੱਲ ਨੂੰ ਵੰਡੀਆਂ ਦੇ ਵਿੱਚ ਰੱਖ ਕੇ ਕਦੇ ਵੀ ਨਹੀਂ ਦੇਖ ਸਕਦੇ। ਉਹਨਾਂ ਦਾ ਮਕਸਦ ਤਾਂ ਇਹ ਹੈ ਕਿ ਜਿਹੜਾ ਵੀ ਜ਼ਾਲਮ ਹੈ ਉਸ ਦੇ ਖਿਲਾਫ ਲੜਨਾ। ਹੁਣ ਜੇਕਰ ਕੋਈ ਜਾਣਬੁੱਝ ਕੇ ਉਹਨਾਂ ਨੂੰ ਰਾਸ਼ਟਰਵਾਦੀ ਬਣਾ ਕੇ ਜਾਂ ਇਤਿਹਾਸ ਨੂੰ ਵਿਗਾੜ ਕੇ ਜਾਂ ਉਹਨਾਂ ਨੂੰ ਖਾਸ ਵਰਗ ਦੇ ਵਿਰੁੱਧ ਖੜ ਕੇ ਤੇ ਖਾਸ ਵਰਗ ਦੇ ਹੱਕ 'ਚ ਪੇਸ਼ ਕਰਕੇ ਬਿਆਨ ਕਰ ਰਿਹਾ, ਗੁਰੂ ਗੋਬਿੰਦ ਸਿੰਘ ਜੀ ਨੂੰ ਇਹ ਕਿਹਾ ਜਾ ਰਿਹਾ ਕਿ ਖਾਲਸਾ ਜਿਹੜਾ ਹੈ ਇਹ ਫੌਜ ਹਿੰਦੂਆਂ ਦੀ ਰੱਖਿਆ ਲਈ ਬਣਾਈ ਗਈ ਸੀ। ਮੈਨੂੰ ਲੱਗਦਾ ਹੈ ਕਿ ਸਿਧਾਂਤ ਨੂੰ ਸੱਟ ਮਾਰਨ ਦੀ ਇਹ ਬਹੁਤ ਵੱਡੀ ਸ਼ਰਾਰਤ ਹੈ। ਇਹ ਤਾਂ ਕੋਈ ਸ਼ੱਕ ਹੀ ਨਹੀਂ ਕਿ ਸ਼ਰਾਰਤ ਹੈ ਹੀ, ਕਿਉਂਕਿ ਉਹ ਅੱਜ ਦੇ ਮਾਹੌਲ ਵਿੱਚ ਕਰਨਾ ਕੀ ਚਾਹ ਰਹੇ। ਪਹਿਲੀ ਗੱਲ ਤਾਂ ਜਿਹੜੀ RSS ਦੀ ਥਿਊਰੀ ਸਮਝੀ ਆਪਾਂ, ਜਿਹੜਾ ਕਿ ਇਸ ਸਮੇਂ ਹਿੰਦੁਸਤਾਨ ਦਾ ਦਿਮਾਗ ਹੈ, ਕਿਉਂਕਿ ਇੱਕ ਤਾਂ ਸਰਹੰਦ ਸੀਗਾ, ਸਰਹੰਦ ਨੂੰ ਕਿਹਾ ਜਾਂਦਾ ਸੀ ਮੁਗਲੀ ਹਕੂਮਤ ਦਾ ਦਿਮਾਗ, ਯਾਨੀ ਜਿਹੜਾ ਥਿੰਕ ਟੈਂਕ ਸੀ ਮੁਗਲੀ ਹਕੂਮਤ ਦਾ, ਸਰਹੰਦ 'ਚ ਬਹਿੰਦਾ ਸੀ। ਅੱਜ ਸਰਹੰਦ ਦੇ ਅਰਥ ਬਦਲ ਚੁੱਕੇ ਨੇ। ਅੱਜ ਇੱਕ ਨਵਾਂ ਸਰਹੰਦ ਉੱਭਰ ਆਇਆ, ਉਹ ਹੈ ਨਾਗਪੁਰ, ਜਿੱਥੇ RSS ਦਾ ਹੈੱਡਕੁਆਟਰ ਹੈ।
ਜਿੱਥੇ ਸਾਰੇ ਰਾਜ ਕਰ ਰਹੀਆਂ ਤਾਕਤਾਂ ਦਾ ਦਿਮਾਗ ਜਿੱਥੋਂ ਸਿੱਧਤ ਆ ਜੀ ਜਾਂ ਸੋਚ ਸਿੱਧਤ ਆ, ਉਹਨਾਂ ਲੋਕਾਂ ਦੀ ਸੋਚ ਕੀ ਆ? ਉਹਨਾਂ ਨੇ ਮੁੱਢ ਤੋਂ ਹੀ ਇਹ ਜ਼ੋਰ ਪਾਇਆ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਬੁੱਧ ਧਰਮ ਨੂੰ ਜਾਂ ਸਿੱਖ ਧਰਮ ਨੂੰ ਜਿਹੜਾ ਹੈ ਇਸ ਨੂੰ ਆਪਣੇ 'ਚ ਜਜ਼ਬ ਕਰ ਲਿਆ ਜਾਵੇ। ਜਿਹੜੇ ਇਸਲਾਮ ਤੇ ਕ੍ਰਿਸਚੈਨਿਟੀ ਬਾਰੇ ਉਹ ਪਹਿਲਾਂ ਹੀ ਚੀਕਾਂ ਮਾਰਦੇ ਨੇ ਕਿ ਇਹ ਬਾਹਰੋਂ ਆਏ ਮਜ਼ਹਬ ਨੇ, ਅਸੀਂ ਸਵੀਕਾਰ ਨਹੀਂ ਕਰਦੇ, ਪਰ ਸਿੱਖਾਂ ਨੂੰ ਤੇ ਬੁੱਧੀਆਂ ਨੂੰ ਉਹਨਾਂ ਨੇ ਨਾਲ ਰਲਾਉਣ ਦੀ ਜਾਂ ਜਜ਼ਬ ਕਰਨ ਦੀ ਕੋਸ਼ਿਸ਼ ਲਗਾਤਾਰ ਕੀਤੀ ਹੈ। ਜਿਵੇਂ ਕਿ ਮਿਸਾਲ ਤੌਰ ਤੇ ਬੁੱਧ ਨੂੰ ਤੇ ਕਹਿੰਦੇ ਵਿਸ਼ਨੂੰ ਦਾ ਅਵਤਾਰ ਸੀ, ਇਸੇ ਤਰੀਕੇ ਨਾਲ ਅਸੀਂ ਬਾਅਦ 'ਚ ਵੇਖਦੇ ਹਾਂ ਕਿ ਇਹੀ ਕੁਛ ਗੁਰੂਆਂ ਦੇ ਕੰਟੈਕਸਟ 'ਚ ਕੀਤਾ ਗਿਆ। ਬਿਲਕੁਲ ਲਵ ਕੁਸ਼ ਨਾਲ ਜੋੜ ਦਿੱਤਾ ਗਿਆ ਗੁਰੂ ਗੋਬਿੰਦ ਸਿੰਘ ਜੀ ਨੂੰ। ਸੋ ਇਹ ਜਿਹੜੀਆਂ ਗੱਲਾਂ ਹੋ ਰਹੀਆਂ ਉਸ ਕਵਾਇਦ ਦਾ ਹਿੱਸਾ ਹੀ ਹੈ ਕਿ ਇਸ ਭਾਈਚਾਰੇ ਨੂੰ ਕਿਵੇਂ ਨਸਤੋ ਨਾਬੂਦ ਕਰਨਾ ਜਾਂ ਜਜ਼ਬ ਕਰਨਾ ਜੀ। ਔਰ ਉਸ ਵਿੱਚੋਂ ਆ ਕੇ ਉਹਨਾਂ ਨੇ ਕੀ ਕੀਤਾ, ਹਿਸਟਰੀ ਵਿੱਚੋਂ ਜਿਹੜੀਆਂ ਮਿਸਾਲਾਂ ਜਿਹੜੀਆਂ ਆਪਣੇ ਨੂੰ ਸੂਟ ਕਰਦੀਆਂ ਸੀਗੀਆਂ, ਉਹ ਚੱਕੀਆਂ, ਜਿੱਥੇ ਜਿੱਥੇ ਇਸਲਾਮ ਨਾਲ ਟਕਰਾਓ ਸੀ, ਉਸ ਨੂੰ ਬਹੁਤ ਉਭਾਰ ਕੇ ਪੇਸ਼ ਕੀਤਾ ਗਿਆ। ਪਰ ਜਿਹੜਾ ਦੂਜਾ ਪੱਖ ਸੀ ਉਸ ਨੂੰ ਬਿਲਕੁਲ ਇਗਨੋਰ ਕੀਤਾ ਗਿਆ, ਡਾਇਲਿਊਟ ਕੀਤਾ ਗਿਆ। ਵਿੱਚ ਵਿਚਾਲੇ ਕੀ ਹੋਇਆ, ਜਿਹੜਾ ਉਸ ਘਟਨਾਕ੍ਰਮ ਤੋਂ ਲੈ ਕੇ ਜੇ ਗੱਲ ਸ਼ੁਰੂ ਕਰੀਏ ਜਾਂ ਹੁਣ ਜੋ 84 ਵਿੱਚ ਜੋ ਹਾਲਾਤ ਬਣੇ, ਇੱਕ ਦੌਰ ਆਇਆ ਜਦੋਂ ਆਜ਼ਾਦੀ ਦੀ ਲੜਾਈ ਚੱਲ ਰਹੀ ਸੀ, ਗੁਰਦੁਆਰਾ ਸੁਧਾਰ ਲਹਿਰ ਵੀ ਚੱਲੀ, ਔਰ ਬਾਅਦ 'ਚ ਗਾਂਧੀ ਜੀ ਜਾਂ ਬਾਕੀਆਂ ਨੇ ਬੜੇ ਮਾਣ ਨਾਲ ਕਿਹਾ ਜੀ ਇਸ ਵੱਡੀ ਲੜਾਈ ਦਾ ਹਿੱਸਾ। ਪਰ ਇਹ ਕਿਵੇਂ ਭੁੱਲ ਗਏ ਸੀ ਕਿ ਉਸੇ ਅਕਾਲੀ ਲਹਿਰ ਤੋਂ ਬਾਅਦ ਇੱਕ ਉਸਦਾ ਸੁਧਰਾ ਰੂਪ ਸੀਗਾ ਬੱਬਰ ਅਕਾਲੀ ਲਹਿਰ। ਹਾਂਜੀ, ਜਿਹੜੇ ਗੁਰਦੁਆਰਿਆਂ ਦੇ ਬੇਰੁਖਤੀਆਂ ਕਰਨ ਵਾਲੇ ਮਹੰਤ ਸੀਗੇ ਜਾਂ ਟਾਊਟ ਸੀਗੇ, ਉਹਨਾਂ ਦੇ ਵੀ ਤਾਂ ਸੌਦੇ ਲਾਏ ਗਏ ਆ ਬੱਬਰਾਂ ਵੱਲੋਂ। ਉਹ ਵੀ ਉਹੀ ਸਪਿਰਿਟ ਸੀ, ਸੁੱਖਾ ਸਿੰਘ ਮਹਿਤਾਬ ਸਿੰਘ ਵਾਲੀ ਸਪਿਰਿਟ ਸੀ। ਬਿਲਕੁਲ। ਸੋ ਉਹ ਜੇ ਆਜ਼ਾਦੀ ਦੀ ਲੜਾਈ ਦਾ ਹਿੱਸਾ ਸੀ ਤੇ ਤੁਸੀਂ ਇਸ ਗੱਲ ਤੋਂ ਕਿਵੇਂ ਖੁੰਝ ਗਏ? ਫਿਰ ਦਰਬਾਰ ਸਾਹਿਬ ਤੇ ਹਮਲਾ ਕਰਨ ਲੱਗੇ, ਸੋਚਿਆ ਕਿਉਂ ਨਹੀਂ ਕਿ ਵੀ ਇਸ ਤਰ੍ਹਾਂ ਦੇ ਦਿਨ ਸਾਨੂੰ ਵੇਖਣੇ ਪੈ ਸਕਦੇ? ਆਪਣੀ ਵੀ ਜਾਨ ਗਵਾਈ ਬੀਬੀ ਇੰਦਰਾ ਗਾਂਧੀ ਨੇ, ਅਨੇਕਾਂ ਹੋਰ ਜਾਨਾਂ ਵੀ ਗਈਆਂ। ਸੋ ਕਹਿਣ ਦਾ ਮਤਲਬ ਕਿ ਉਸ ਇਤਿਹਾਸ ਨੂੰ ਜੇ ਸਹੀ ਢੰਗ ਨਾਲ ਸਮਝਿਆ ਗਿਆ ਹੁੰਦਾ ਤੇ ਕਹਾਣੀ ਅਜ ਹੋਰ ਹੋਣੀ ਸੀ। ਸੱਚਾਈ ਹੈ ਜੀ, ਜਿਵੇਂ ਤੁਸੀਂ ਹਵਾਲੇ ਦਿੱਤੇ ਉਹਨਾਂ ਦੇ ਵਿੱਚੋਂ ਕੁਝ ਵੇਰਵੇ ਮੈਂ ਸਾਂਝੇ ਕਰ ਰਿਹਾ। ਈਵਨ ਜਦੋਂ ਉਸ ਵੇਲੇ ਸੁੱਖਾ ਸਿੰਘ ਮਹਿਤਾਬ ਸਿੰਘ ਜਿਹੜੇ ਜੰਗਲਾਂ ਦੇ ਵਿੱਚ ਜਾ ਕੇ ਯੁੱਧ ਕਰ ਰਹੇ ਸਨ, ਖਾਲਸਾ ਜਿਹੜਾ ਜਿਸ ਕਿਸਮ ਦਾ ਉਸ ਵੇਲੇ ਸਪਿਰਿਟ ਸੀ, ਗਿਣਤੀ ਚਾਹੇ ਥੋੜ੍ਹੀ ਸੀ, ਚਾਹੇ ਮੱਸਾ ਰੰਗੜ ਦੇ ਨਾਲ ਯੁੱਧ ਕੀਤਾ ਜਾਂ ਫਿਰ ਉਸ ਤੋਂ ਪਹਿਲਾਂ ਵੱਖ-ਵੱਖ ਹੋਰ ਜਿਹੜੇ ਵੱਖ-ਵੱਖ ਯੁੱਧ ਹੋਏ ਆ, ਜਾਂ ਫਿਰ ਅਬਦਾਲੀ ਦਾ ਟਾਈਮ ਆਇਆ, ਤੇ ਖਾਲਸਾ ਗਿਣਤੀ ਥੋੜ੍ਹੀ ਹੋਣ ਦੇ ਬਾਅਦ ਸਪਿਰਿਟ ਬਹੁਤ ਸੀ। ਪਰ ਉਹ ਆਪਣੇ ਜਿਹੜੇ ਪਰਿਵਾਰ ਹੈ ਕਿਸ ਤਰੀਕੇ ਨਾਲ ਉਸ ਵੇਲੇ, ਚਾਹੇ ਉਹ ਪਿੰਡ ਦੇ ਜਿਹੜੇ ਚੌਧਰੀ ਕੋਈ ਮੁਸਲਮਾਨ ਹੋਵੇ, ਚਾਹੇ ਕਿਸੇ ਵੀ ਮਜ਼ਹਬ ਦਾ ਹੋਵੇ, ਪਰ ਉਹਨਾਂ ਨੂੰ ਵਿਸ਼ਵਾਸ ਕਿੰਨਾ ਸੀ, ਕਿੰਨਾ ਪਿਆਰ ਸੀ। ਇਹਦੀ ਇੱਕ ਮਿਸਾਲ ਹੈ, ਜਿਹੜੀ ਮਿਸਾਲ ਮੈਂ ਖਾਸ ਤੌਰ 'ਤੇ ਸੁੱਖਾ ਸਿੰਘ ਮਹਿਤਾਬ ਸਿੰਘ ਦੇ ਪ੍ਰਸੰਗ ਦੇ ਵਿੱਚ ਦੇਣੀ ਚਾਹਾਂਗਾ। ਉਹਦੇ ਵਿੱਚ ਇਹ ਹੈ ਕਿ ਜਦੋਂ ਮੱਸੇ ਰੰਗੜ ਦਾ ਸਿਰ ਵੱਢਿਆ ਇਹਨਾਂ ਨੇ, ਤਾਂ ਉਸ ਵੇਲੇ ਇਹ ਜਿੱਥੇ ਬੀਕਾਨੇਰ ਦੀ ਸ਼ੰਭ ਦੇ ਵਿੱਚ ਵਾਪਸ ਪਰਤੇ, ਖਾਲਸੇ ਨੇ ਸਵਾਗਤ ਕੀਤਾ, ਕਿਹਾ ਕਿ ਤੁਸੀਂ ਬਹੁਤ ਵੱਡਾ ਕੰਮ ਕੀਤਾ ਜੈਕਾਰਿਆਂ ਦੀ ਗੂੰਜ ਦੇ ਵਿੱਚ। ਉਧਰ ਦੂਸਰੇ ਪਾਸੇ ਜਿਹੜਾ ਪਿੰਡ ਮੀਰਾਂਕੋਟ ਸੀ, ਉਹ ਲਾਹੌਰ ਦਰਬਾਰ ਦੇ ਕੋਲ ਹਰਭਗਤ ਨਿਰੰਜਣੀਆਂ, ਜਿਹੜਾ ਕਿ ਹੁਣ ਦੇਖੋ ਹਰਭਗਤ ਨਿਰੰਜਣੀਆਂ ਮੁਸਲਮਾਨ ਨਹੀਂ ਹੈ, ਲੇਕਿਨ ਉਹ ਉਸ ਵੇਲੇ ਦੀ ਜਿਹੜੀ ਹਕੂਮਤ ਹੈ, ਲਾਹੌਰ ਦਰਬਾਰ ਹੈ, ਉਹਨਾਂ ਦਾ ਝੋਲੀ ਝੁੱਕਾ ਤੇ ਟੁੱਕੜਬੋਚ ਹੈ, ਹੱਥ ਠੋਕਾ। ਤੇ ਉਹ ਹਰਭਗਤ ਨਿਰੰਜਣੀਆਂ ਜਿਹੜਾ ਕੱਟੜ ਹਿੰਦੂਤਵੀ ਉਸ ਵੇਲੇ ਬ੍ਰਾਹਮਣ, ਜਿਸ ਨੇ ਇਹ ਤਹਈਆ ਕੀਤਾ ਕਿ ਆ ਜਿਹੜਾ ਸੰਘਰਸ਼ ਕਰਨ ਵਾਲਾ ਇੱਕ ਅਲੱਗ ਦਸਤਾ ਹੈ ਸਿੱਖਾਂ ਦਾ, ਇਸ ਦੀ ਹੋਂਦ ਖਤਮ ਹੋਵੇ। ਉਹਨੇ ਇਹ ਕਿਹਾ ਸੀ ਕਿ ਇਹਨਾਂ ਦੀ ਸਿੱਖਾਂ ਦੀ ਹੋਂਦ ਖਤਮ ਕਰਕੇ ਹੀ ਮੈਂ ਦਮ ਲਵਾਂਗਾ, ਇਹ ਉਹਨੇ ਪ੍ਰਣ ਕੀਤਾ ਹੋਇਆ ਸੀ। ਤੇ ਗੁਰੂ ਸਾਹਿਬ ਦਾ ਇਹ ਵਰਦਾਨ ਹੈ ਕਿ ਕੌਮ ਚੜ੍ਹਦੀ ਕਲਾ, ਖਾਲਸਾ ਅਕਾਲ ਪੁਰਖੀ ਫੌਜ। ਉਸ ਨੇ ਲਾਹੌਰ ਦਰਬਾਰ ਨੂੰ ਕਿਹਾ ਕਿ ਇਸੇ ਮਹਿਤਾਬ ਸਿੰਘ ਦਾ ਇੱਕ ਪੁੱਤਰ ਹੈ 7 ਸਾਲ ਦਾ, ਉਹ ਹੈ ਰਾਏ ਸਿੰਘ, ਤੇ ਇਸ ਦਾ ਪਰਿਵਾਰ ਇਸ ਵੇਲੇ ਪਿੰਡ ਮੀਰਾਂਕੋਟ ਹੈ, ਤੇ ਤੁਸੀਂ ਮੀਰਾਂਕੋਟ ਨੂੰ ਘੇਰਾ ਪਾ ਲਓ। ਇਤਿਹਾਸਕਾਰ ਲਿਖਦੇ ਨੇ ਕਿ ਹਰਭਗਤ ਨਿਰੰਜਣੀਏ ਦੇ ਇਸ ਐਲਾਨ ਤੇ ਹਕੂਮਤ ਨੇ ਉਸ ਵੇਲੇ ਫੌਜਦਾਰ ਨੂਰਦੀਨ, ਉਹਦੇ ਸਿਪਾਹੀ, ਹਰਭਗਤ ਨਿਰੰਜਣੀਏ ਦੇ ਸਾਥੀ, ਉਹ ਸਾਰੇ ਜਿਹੜੇ ਹੈ ਬਣਾ ਕੇ ਗਏ, ਕਹਿੰਦੇ ਮੀਰਾਂਕੋਟ ਨੂੰ ਘੇਰ ਲਓ। ਜਦੋਂ ਉੱਥੇ ਪਹੁੰਚੇ ਤਾਂ ਉਸ ਪਿੰਡ ਦੇ ਵਿੱਚ ਚੌਧਰੀ ਆ ਉਸ ਪਿੰਡ ਦਾ, ਉਸ ਚੌਧਰੀ ਨੂੰ ਜਾਣ ਲੱਗੇ ਮਹਿਤਾਬ ਸਿੰਘ ਨੇ 7 ਸਾਲ ਦੇ ਪੁੱਤਰ ਦੀ ਬਾਂਹ ਫੜਾਈ ਕਿ ਤੂੰ ਮੇਰਾ ਪੱਗ ਵੱਟ ਭਰਾ, ਤੇ ਮੈਂ ਤਾਂ ਇਸ ਵੇਲੇ ਜ਼ੁਲਮ ਦੇ ਖਿਲਾਫ ਲੜਨ ਲਈ ਜੰਗਲਾਂ 'ਚ ਚੱਲਿਆ, ਕਾਠੀਆਂ ਘੋੜਿਆਂ ਦੀਆਂ ਕਾਠੀਆਂ ਤੇ ਸਾਡੇ ਆਰਾਮ ਨੇ, ਤੇ ਛੋਲਿਆਂ ਦੀ ਮੁੱਠ ਖਾ ਕੇ ਅਸੀਂ ਗੁਜ਼ਾਰਾ ਕਰਨਾ, ਪਰ ਇਹ ਜਿਹੜਾ ਪੁੱਤ ਹੈ ਹੁਣ ਤੈਨੂੰ ਸਾਂਭਿਆ। ਉਹ ਕਹਿੰਦਾ ਮੇਰਾ ਸਿਰ ਜਾਊਗਾ, ਪਰ ਇਹ ਤੇਰਾ ਜਿਹੜੀ ਅਮਾਨਤ ਹੈ, ਤੇਰੀ ਔਲਾਦ ਹੈ, ਮੈਂ ਇਸ ਦੀ ਰੱਖਿਆ ਕਰਾਂਗਾ। ਮਹਿਤਾਬ ਸਿੰਘ ਦਾ ਪੁੱਤਰ ਰਾਏ ਸਿੰਘ 7 ਸਾਲ ਦਾ, ਉਸ ਵੇਲੇ ਚੌਧਰੀ ਨੱਥਾ ਖਹਿਰਾ ਉਸ ਵੇਲੇ ਉਹ ਕਸਟਡੀ ਦੇ ਵਿੱਚ ਹੈ। ਤੇ ਜਦੋਂ ਹਰਭਗਤ ਨਿਰੰਜਣੀ ਨੇ ਕਿਹਾ ਨੂਰਦੀਨ ਨੂੰ ਕਿ ਇਸ ਚੌਧਰੀ ਨੂੰ ਕਹੋ ਕਿ ਇਹ ਪੁੱਤਰ ਸਾਡੇ ਹਵਾਲੇ ਕਰ ਦੇਵੇ, ਤੇ ਚੌਧਰੀ ਨੇ ਕੀ ਕਿਹਾ ਕਿ ਮੈਂ ਇਸ ਯੋਧੇ ਦੇ ਪੁੱਤਰ ਨੂੰ ਤੁਹਾਡੇ ਹਵਾਲੇ ਨਹੀਂ ਕਰਾਂਗਾ, ਮੈਂ ਆਖਰੀ ਦਮ ਤੱਕ ਲੜਾਂਗਾ,
ਤੇ ਉਹ ਉਸ ਪੁੱਤਰ ਨੂੰ ਲੈ ਕੇ, ਆਪਣੇ ਪੁੱਤਰ ਨੂੰ ਲੈ ਕੇ, ਆਪਣੇ ਪਰਿਵਾਰ ਦੇ 2 ਹੋਰ ਮੈਂਬਰਾਂ ਨੂੰ ਲੈ ਕੇ 5 ਜਾਣੇ ਜਿਹੜੇ ਆ ਥੋੜ੍ਹਾ ਅਸਲਾ ਲੈ ਕੇ ਉੱਥੋਂ ਚੱਲ ਪਏ। ਰਸਤੇ ਦੇ ਵਿੱਚ ਫੌਜ ਨੇ ਹਮਲਾ ਕੀਤਾ, ਉਹਨਾਂ ਨੇ ਮੁਕਾਬਲਾ ਕੀਤਾ। 7 ਸਾਲ ਦਾ ਬੱਚਾ ਇੱਕ ਤੇ ਬਾਕੀ ਸਾਰੇ। ਇਤਿਹਾਸ ਇਹ ਗੱਲ ਲਿਖਦਾ ਹੈ ਕਿ ਉਸ ਦੇ ਵਿੱਚ ਜੋ ਪੰਥ ਪ੍ਰਕਾਸ਼ ਦੇ ਵਿੱਚ ਭਾਈ ਰਤਨ ਸਿੰਘ ਭੰਗੂ ਜਿਹੜੇ ਉਸੇ ਪਰਿਵਾਰ ਦੇ ਵਿੱਚ ਹੋਏ ਆ, ਉਹਨਾਂ ਦੇ ਮੈਂ 2-3 ਸ਼ਬਦ ਜਿਹੜੇ ਆ ਸਾਂਝੇ ਕਰਦਾ। ਤਬ ਨੱਥੇ ਨੇ ਐਸਾ ਉਚਾਰਾ, ਬਾਲਕ ਦੇ ਸੰਗ ਮਰਨਾ ਧਾਰਾ। ਬਾਲਕ ਦੇ ਸੰਗ ਮਰਨਾ ਧਾਰਾ, ਰਹੇ ਔਲਾਦ ਜਗਤ ਮੈਂ ਮੇਰੀ, ਸੋਭਾ ਪਾਊਂ ਜਗਤ ਭਲੇਰੀ। ਕਹਿੰਦਾ ਮੈਂ ਮਰ ਜਾਊਂਗਾ ਪਰ ਇਹ ਬੱਚੇ ਨੂੰ ਬਚਾਉਣਾ, ਕਿਉਂਕਿ ਪੱਗਵਟ ਭਰਾ ਦਾ ਮੇਰੇ ਦਾ ਬੱਚਾ। ਉਹ ਸਿੱਖ ਨਹੀਂ ਸੀ ਨੱਥਾ ਖਹਿਰਾ, ਉਹ ਇੱਕ ਕਮਿਟਡ ਸੀ। ਹੁਣ ਇੱਥੇ ਆਉਂਦਾ, ਚਾਹੇ ਸਿੱਖ ਹੈ ਚਾਹੇ ਮੁਸਲਮਾਨ ਹੈ, ਕਮਿਟਮੈਂਟ ਕਿ ਜ਼ੁਲਮ ਦੇ ਖਿਲਾਫ ਲੜਨੀ। ਤੇ ਉਸ ਵੇਲੇ ਜਦੋਂ ਇਹ ਯੋਧਾ ਵੀਰਤਾ ਉਹਨਾਂ ਨੇ ਦਿਖਾਈ, ਕਿਹੋ ਜਿਹੀ ਸੀ, ਨਰੰਜਣੀਏ ਵਰਗਿਆਂ ਨੂੰ ਭਾਜਣਾ ਕਿਵੇਂ ਪਈਆਂ। ਏਕੋ ਨੱਥਾ ਤੀਰਨ ਮਾਰੇ, ਜਿਸ ਤਨ ਲਾਗੇ ਤਿਸ ਹੋਏ ਪਾਰੇ। ਸੁਨ ਹਰ ਭਗਤ ਸੋ ਐਸੀ ਕਹੀ, ਹਮ ਤੇ ਭੀ ਜੱਟ ਮਰਤੇ ਨਹੀਂ। ਸੁਨ ਹਰ ਭਗਤ ਜੋ ਐਸੀ ਕਹੀ, ਹਮ ਤੇ ਭੀ ਜੱਟ ਮਰਤੇ ਨਹੀਂ। ਮਾਰੇ ਨੱਥਾ ਜਿਸ ਤਨ ਕਾਨੀ, ਮੰਗੇ ਨਾਹੇ ਬੋ ਮੁਖ ਤੇ ਪਾਣੀ। ਉਹ ਕਮਾਨੀ ਬੜੇ ਕਹਾਵੇ, ਤੀਰ ਰਾਮ ਤੀਰਥ ਪਾਰ ਪਹੁੰਚਾਵੇ। ਕਹਿੰਦਾ ਤੀਰ ਇਹੋ ਜਿਹਾ ਮਾਰਦਾ ਸੀ ਕਿ ਉਹਨਾਂ ਨੂੰ ਰਾਮ ਤੀਰਥ ਤੇ ਪਹੁੰਚਾ ਰਿਹਾ ਸੀ। ਸੋ ਇਹ ਰਤਨ ਸਿੰਘ ਭੰਗੂ ਲਿਖਦੇ ਨੇ, ਜਿੰਨੀ ਵੀਰਤਾ ਨਾਲ ਉਹ ਲੜੇ ਯੋਧੇ, ਉਸ ਯੋਧੇ ਨੇ ਇਹ 7 ਸਾਲਾ ਰਾਏ ਸਿੰਘ ਨੂੰ ਬਚਾਉਣ ਦੇ ਲਈ ਆਪਣੀ ਜਾਨ ਦੀ ਬਾਜ਼ੀ ਲਾ ਦਿੱਤੀ। ਇਤਿਹਾਸ ਲਿਖਦਾ ਹੈ ਕਿ ਉਸ ਵੇਲੇ ਚੌਧਰੀ ਨੱਥਾ ਖਹਿਰਾ ਉਹ ਸ਼ਹੀਦ ਹੋਏ, ਉਹਨਾਂ ਦਾ ਪੁੱਤਰ ਸ਼ਹੀਦ ਹੋ ਗਿਆ, ਉਹਨਾਂ ਦਾ ਭਾਣਜਾ ਪਰਿਵਾਰਕ ਮੈਂਬਰ ਹੋਰ ਸ਼ਹੀਦ ਹੋ ਗਏ। ਜ਼ਖਮੀ ਹਾਲਤ ਦੇ ਵਿੱਚ ਉਹ ਬੱਚਾ ਜਿਹੜਾ ਕਿ ਰਾਏ ਸਿੰਘ ਸੀ, ਉਹ ਵੀ ਮਰਿਆ ਸਮਝ ਕੇ ਛੱਡ ਦਿੱਤਾ ਗਿਆ। ਪਰ ਬਾਅਦ ਦੇ ਵਿੱਚ ਔਰਤਾਂ ਨੇ ਉਸ ਨੂੰ ਚੁੱਕਿਆ, ਉਸ ਦੇ ਸਾਹ ਸਨ, ਉਹਨਾਂ ਨੇ ਜਾ ਕੇ ਹਕੀਮ ਕੋਲ ਲੈ ਕੇ ਗਏ, ਇਲਾਜ ਹੋਇਆ। ਇਹ ਖਬਰ ਰਾਜਸਥਾਨ ਦੇ ਛੰਭ ਦੇ ਵਿੱਚ ਭਾਈ ਮਹਿਤਾਬ ਸਿੰਘ ਕੋਲ ਪਹੁੰਚੀ। ਜਦੋਂ ਭਾਈ ਮਹਿਤਾਬ ਸਿੰਘ, ਸੁੱਖਾ ਸਿੰਘ, ਸਾਰੇ ਸਿੰਘ ਬੈਠੇ ਸਨ, ਤੇ ਉਸ ਵੇਲੇ ਜਦੋਂ ਦੱਸਿਆ ਕਿ ਇਹ ਜਿਹੜਾ ਬੱਚਾ ਤੁਹਾਡੇ ਕੋਲ ਵਾਪਸ ਆ ਗਿਆ, ਪਰ ਇਸ ਬੱਚੇ ਦੇ ਲਈ ਨੱਥਾ ਖਹਿਰਾ ਚੌਧਰੀ ਨੇ ਤੁਹਾਡੀ ਦਸਤਾਰ ਦੀ ਲਾਜ ਰੱਖਦੇ ਹੋਏ, ਪੱਗਵਟ ਭਰਾ ਦਾ ਸਤਿਕਾਰ ਦਿੰਦੇ ਹੋਏ ਇਸ ਨੂੰ ਬਚਾਉਣ ਲਈ ਆਪਣੀ ਸ਼ਹਾਦਤ ਦੇ ਦਿੱਤੀ, ਆਪਣੇ ਪੁੱਤਰ ਦੀ ਸ਼ਹਾਦਤ ਦੇ ਦਿੱਤੀ। ਉਸ ਸਮੇਂ ਜੋ ਭਾਈ ਮਹਿਤਾਬ ਸਿੰਘ ਨੇ ਕਿਹਾ ਕਿ ਇਸ ਮੱਸੇ ਰੰਗੜ ਦਾ ਸਿਰ ਵੱਢਣ ਦੇ ਨਤੀਜੇ ਵਜੋਂ ਮੇਰੇ ਪਰਿਵਾਰ ਨੂੰ ਖਤਮ ਕਰਨ ਲਈ ਇਹ ਹਕੂਮਤ ਜਿਹੜੀ ਸੀ ਲਾਹੌਰ ਦੀ, ਇਹ ਹਮਲਾ ਕਰਕੇ ਤਹੀਆ ਕਰਕੇ ਚੜੀ, ਪਰ ਇਸ ਮੱਸੇ ਦਾ ਸਿਰ ਅਸੀਂ ਵੱਢ ਕੇ ਲਿਆਂਦਾ, ਪਰ ਉਸ ਦੇ ਲਈ ਜਿਹੜੀ ਸ਼ਹਾਦਤ ਦਿੱਤੀ ਹੈ, ਇਹ ਸ਼ਹਾਦਤ ਚੌਧਰੀ ਨੱਥਾ ਖਹਿਰਾ ਨੇ ਦਿੱਤੀ ਹੈ। ਉਸ ਵੇਲੇ ਇਹ ਸ਼ਬਦ ਪ੍ਰਚਲਿਤ ਹੋਇਆ ਕਿ ਬਹੁਤ ਹੋਣਗੇ ਪਰ ਨੱਥਾ ਖਹਿਰਾ ਕਿਸੇ ਨੇ ਨਹੀਂ ਬਣ ਜਾਣਾ। ਇੱਕ ਮੁਹਾਵਰਾ ਪੰਜਾਬੀ ਸਾਹਿਤ ਦੇ ਵਿੱਚ ਚੱਲਿਆ, ਐਰਾ ਗੈਰਾ ਤਾਂ ਹਜ਼ਾਰਾਂ ਹੀ ਹੋਣਗੇ ਪਰ ਨੱਥਾ ਖਹਿਰਾ ਕਿਸੇ ਨੇ ਨਹੀਂ ਬਣ ਜਾਣਾ। ਇਹ ਮੁਹਾਵਰਾ ਜਿਹੜਾ ਨੱਥੂ ਖਹਿਰਾ, ਅਸੀਂ ਕਈ ਵਾਰ ਮੁਹਾਵਰਾ ਜਦੋਂ ਵਰਤਦੇ ਹਾਂ ਨਾ, ਇਹਦਾ ਇਤਿਹਾਸਕ ਪਿੱਠਭੂਮੀ ਦੇਖੀਏ ਸਾਨੂੰ ਪਤਾ ਨਹੀਂ ਹੁੰਦਾ। ਐਰਾ ਗੈਰਾ ਹਰ ਕੋਈ ਹੋਏਗਾ ਪਰ ਨੱਥੂ ਖਹਿਰਾ ਕੋਈ ਨਹੀਂ। ਉਹ ਇਸ ਸੁੱਖਾ ਸਿੰਘ ਮਹਿਤਾਬ ਸਿੰਘ ਦੇ ਇਤਿਹਾਸ 'ਚੋਂ ਜਨਮਿਆ ਤੇ ਭਾਈ ਨੱਥਾ ਖਹਿਰਾ ਦੀ ਸ਼ਹਾਦਤ ਤੋਂ ਜਨਮਿਆ ਇਹ ਮੁਹਾਵਰਾ, ਜਿਹੜਾ ਕਿ ਸ਼ਾਨਦਾਰ ਇਤਿਹਾਸ ਦਾ ਪ੍ਰਤੀਕ ਹੈ। ਤੁਸੀਂ ਨਾ ਇਹ ਵਧੀਆ ਕੀਤਾ, ਮੁਹਾਵਰੇ ਦੀ ਪਿੱਠਭੂਮੀ ਦੱਸੀ ਹੈ, ਕਿਉਂਕਿ ਮੁਹਾਵਰਾ ਇਕੱਲਾ ਇਹ ਨਹੀਂ ਕਿ ਲੋਕਾਂ ਨੂੰ ਮੁਹਾਵਰੇ ਦਾ ਪਤਾ ਨਹੀਂ ਨਿਗਾ, ਮੁਹਾਵਰਾ ਗਲਤ ਵੀ ਇਸਤੇਮਾਲ ਹੋ ਰਿਹਾ। ਹਾਂਜੀ, ਅਸੀਂ ਕਹਿੰਦੇ ਐਰਾ ਗੈਰਾ ਨੱਥੂ ਖਹਿਰਾ, ਜਿਵੇਂ ਮਤਲਬ ਨੱਥੂ ਖਹਿਰਾ ਐਰਾ ਗੈਰਾ ਦੇ ਨਾਲ ਜੋੜ ਲਿਆ ਗਿਆ ਜੀ, ਉਹ ਬਹੁਤ ਵੱਡੀ ਬੱਜਰ ਜ਼ਿਆਦਤੀ ਹੈ ਨੱਥੂ ਖਹਿਰਾ ਦੇ ਨਾਲ ਜੀ। ਜਦੋਂ ਅਸੀਂ ਇਹ ਕਹਿੰਦੇ ਵੀ ਇਹ ਐਰਾ ਗੈਰਾ ਨੱਥੂ ਖਹਿਰਾ ਤੇ ਆਪਾਂ ਇੱਕੋ ਤਕੜੀ 'ਚ ਤੋਲ ਦਿੰਦੇ ਆ ਜੀ, ਉਹ ਗੱਲ ਠੀਕ ਨਹੀਂ। ਕਮਾਲ ਦੀ ਗੱਲ ਹੈ ਕਿ ਬਿਲਕੁਲ ਹੀ ਦੁਰਉਪਯੋਗ ਤੇ ਉਸ ਦੇ ਨਾਲ ਵਧੀਕੀ ਵੀ ਹੋ ਰਹੀ ਹੈ। ਬਿਲਕੁਲ ਤੁਸੀਂ ਸਹੀ ਗੱਲ ਕਿਹਾ ਕਿ ਪੰਜਾਬੀ ਸਾਹਿਤ ਦੇ ਪ੍ਰਸੰਗ ਦੇ ਵਿੱਚ ਵੀ ਜੇ ਦੇਖੀਏ ਨਾ ਤਾਂ ਨੱਥੂ ਖਹਿਰਾ ਇਉਂ ਲੱਗਦਾ ਇਹ ਤਾਂ ਨੱਥੂ ਖਹਿਰਾ, ਜਦ ਕਿ ਉਸ ਦਾ ਰੁਤਬਾ ਜਿਹੜਾ ਸੀ, ਉਹਨੂੰ ਜਿਹੜਾ ਸਤਿਕਾਰ ਮਿਲਿਆ ਉਹ ਕਿਵੇਂ ਮਿਲਿਆ, ਐਰਾ ਗੈਰਾ ਨੂੰ ਵੱਖਰਾ ਕਰਕੇ ਤੇ ਉਹ ਨੱਥੂ ਖਹਿਰਾ ਨੂੰ ਵੱਖਰਾ ਕਰਕੇ ਦੇਖਿਆ ਜਾਏ ਤਾਂ ਸਾਨੂੰ ਪਤਾ ਲੱਗਦਾ ਕਿ ਇਹਦੀ ਪਿੱਠ ਭੂਮੀ ਕੀ ਹੈ। ਜਿਹੜੇ ਵੀ ਇੱਥੇ ਆਪਣੇ ਕਲਮ ਘੜੀਸ ਨੇ ਇੱਥੇ ਸਾਹਿਤਕਾਰ, ਉਹਨਾਂ ਦਾ ਫਰਜ਼ ਨਹੀਂ ਬਣਦਾ ਕਿ ਲੋਕਾਂ ਨੂੰ ਸਹੀ ਵਿਆਖਿਆ ਕਰਕੇ ਦੱਸਣਗੇ ਵੀ ਅਸਲ ਮੁਹਾਵਰਾ ਇਹ ਹੈ, ਇਹ ਨਹੀਂਗਾ। ਉੱਦਾਂ ਬੜੀ ਛੇਤੀ ਇਤਰਾਜ਼ ਕਰਨਗੇ, ਤੁਸੀਂ ਮੰਗਦਾ ਹੈ ਨਾ ਕਹੋ, ਆਹ ਨਾ ਕਹੋ, ਨਿੱਕੀਆਂ ਨਿੱਕੀਆਂ ਗੱਲਾਂ ਜੀ, ਨਿੱਕੀਆਂ ਨਿੱਕੀਆਂ ਗੱਲਾਂ ਦੇ ਬਹੁਤ ਨੁਕਤਾਚੀਨੀ ਹੁੰਦੀ ਆ, ਪਰ ਐਡੀ ਵੱਡੀ ਗੱਲ ਇਤਿਹਾਸ ਦੀ ਉਸ ਦਾ ਖਿਲਵਾੜ ਹੋ ਰਿਹਾ ਹੋਵੇ ਤੇ ਇਹ ਬੈਠੇ ਨੇ ਆਰਾਮ ਨਾਲ ਜਿਹੜੇ ਵੱਡੇ ਪੜ੍ਹੇ, ਮੈਨੂੰ ਸਮਝ ਨਹੀਂ ਆਉਂਦਾ ਕਿ ਕਿਹੜੀ ਦੁਨੀਆ 'ਚ ਰਹਿੰਦੇ ਨੇ, ਕਿਹੜੇ ਗ੍ਰਹਿ 'ਤੇ ਰਹਿੰਦੇ ਨੇ।
ਮੈਂ ਇਸ ਗੱਲ ਤੇ ਗੁਰਪ੍ਰੀਤ ਸਿੰਘ ਮਹਿਸੂਸ ਵੀ ਕਰਦਾ ਕਿ ਬਹੁਤ ਵੱਡੀ ਜਿਹੜੀ ਹੈ ਘਾਟ ਵੀ ਹੈ, ਪਰ ਫਿਰ ਕਈ ਵਾਰੀ ਲੱਗਦਾ ਵੀ ਇਹਨਾਂ ਨੂੰ ਵਿਚਾਰਿਆਂ ਨੂੰ ਪਤਾ ਵੀ ਹੋਏਗਾ, ਇਹਨਾਂ ਨੂੰ ਤਾਂ ਆਪ ਨਹੀਂ ਪਤਾ ਹੋਣਾ। ਐਰਾ ਗੈਰਾ ਨੱਥੂ ਖਹਿਰਾ ਤਾਂ ਇਹ ਤਾਂ ਆਪ ਹੀ ਆਪਣੇ ਭਾਸ਼ਣਾਂ 'ਚ ਬੋਲ ਦਿੰਦੇ ਆ ਇੱਦਾਂ। ਸੋ ਅਫਸੋਸ ਹੈ ਕਿ ਪੰਜਾਬੀ ਸਾਹਿਤ ਦੇ ਲੰਬਰਦਾਰ ਅਖਵਾਉਣਾ ਹੋਰ ਗੱਲ ਹੈ, ਚੌਧਰੀ ਅਖਵਾਉਣਾ ਹੋਰ ਗੱਲ ਹੈ, ਪਰ ਉਸ ਨੂੰ ਪੜ੍ਹਨਾ ਹੋਰ ਗੱਲ ਹੈ। ਇਹ ਜਦੋਂ ਅਸੀਂ ਸਾਹਿਤ ਨੂੰ ਉਸ ਪ੍ਰਸੰਗ ਨੂੰ ਪੜ੍ਹਾਂਗੇ ਤਾਂ ਫਿਰ ਸਾਡੇ ਸਾਹਮਣੇ ਆਉਂਦਾ ਕਿ ਅਸਲ ਦੇ ਵਿੱਚ ਇਸ ਦੇ ਪਿੱਠ ਭੂਮੀ 'ਚ ਬਹੁਤ ਕੁਛ ਹੈ, ਇਸ ਦੇ ਪਿਛੋਕੜ 'ਚ ਬਹੁਤ ਕੁਛ ਹੈ। ਪਰ ਜਿਹੜੀ ਗੱਲ ਦੂਜੀ, ਜਦੋਂ ਮੱਸੇ ਰੰਗੜ ਦਾ ਸਿਰ ਵੱਢਿਆ ਸੁੱਖਾ ਸਿੰਘ ਮਹਿਤਾਬ ਸਿੰਘ ਨੇ, ਪਰ ਉਸ ਦੇ ਲਈ ਸ਼ਹਾਦਤ ਦਿੱਤੀ ਚੌਧਰੀ ਨੱਥੂ ਖਹਿਰਾ ਨੇ। ਹੁਣ ਇੱਥੋਂ ਮਿਲਦੀ ਹੈ ਇੱਕ ਮਿਸਾਲ ਕਿ ਇੱਕ ਜਿਹੜਾ ਖਾਲਸਾ ਜੰਗਲਾਂ ਦੇ ਵਿੱਚ ਜਾ ਕੇ ਯੁੱਧ ਕਰਦਾ ਸੀ ਤੇ ਉਸ ਨੂੰ ਸ਼ਰਨ ਦੇਣ ਤੇ ਸਾਥ ਨਿਭਾਉਣ ਵਾਲੇ ਉਹ ਲੋਕ ਜਿਹੜੇ ਸਨ ਚੌਧਰੀ ਨੱਥਾ ਖਹਿਰਾ ਵਰਗੇ ਸਨ। ਜਦੋਂ ਅਸੀਂ ਪੰਜਾਬ ਦੇ ਇਤਿਹਾਸ ਵੱਲ ਝਾਤੀ ਮਾਰਦੇ ਹਾਂ, ਜਦੋਂ ਜ਼ੁਲਮ ਹੋ ਰਿਹਾ ਸੀ, ਸਰਕਾਰੀ ਤਸ਼ੱਦਦ ਹੋ ਰਿਹਾ ਸੀ, ਤਾਂ ਕਈ ਵਾਰ ਐਸੀਆਂ ਘਟਨਾਵਾਂ ਆਈਆਂ, ਪਰਿਵਾਰਾਂ ਦੇ ਪਰਿਵਾਰ ਪੁਲਿਸ ਨੇ ਚੱਕ ਲਏ, ਖਪਾ ਦਿੱਤੇ ਗਏ। ਉਹਦੇ ਵਿੱਚ ਭਗਤ ਸਿੰਘ ਦੇ ਪਰਿਵਾਰ ਨਾਲ ਢੱਟ ਪਰਿਵਾਰ ਦੀ ਕਹਾਣੀ ਵੀ ਹੈ, ਉਹਦੇ ਵਿੱਚ ਵਕੀਲਾਂ ਦੀਆਂ ਕਹਾਣੀਆਂ ਵੀ ਨੇ, ਉਹਦੇ ਵਿੱਚ ਖਾਲੜਾ ਸਾਹਿਬ ਆਪ ਇੱਕ ਮਿਸਾਲ ਨੇ। ਤੇ ਬਹੁਤ ਸਾਰੇ ਪਰਿਵਾਰ ਇਸ ਕਰਕੇ ਖਪਾ ਦਿੱਤੇ ਗਏ। ਉਹਨਾਂ ਤੇ ਦੋਸ਼ ਇਹ ਸੀ ਕਿ ਇਹਨਾਂ ਕੋਲ ਖਾੜਕੂ ਲੰਗਰ ਛਕ ਕੇ ਜਾਂਦੇ ਨੇ, ਇਹਨਾਂ ਕੋਲੋਂ ਸ਼ਹਿ ਮਿਲਦੀ ਹੈ, ਇਹਨਾਂ ਨੇ ਸ਼ਰਨ ਦਿੱਤੀ ਹੈ, ਇਸ ਕਰਕੇ ਇਹਨਾਂ ਨੂੰ ਮਾਰ ਮੁਕਾ ਦਿਓ। ਮੈਨੂੰ ਲੱਗਦਾ ਉਹਨਾਂ ਦੀ ਕੁਰਬਾਨੀ ਵੀ ਚੌਧਰੀ ਨੱਥਾ ਖਹਿਰਾ ਵਰਗੀ ਸ਼ਹਾਦਤ ਦੇ ਪ੍ਰਤੀਕ ਹੈ। ਔਰ ਉਹਨਾਂ ਲਈ ਵੀ ਇੱਕ ਪ੍ਰਤੀਕ ਬਣਨਾ ਚਾਹੀਦਾ ਕਿ ਜਿਹੜੇ ਲੋਕ ਆਪਣੀ ਜ਼ਿੰਮੇਵਾਰੀ ਤੋਂ ਭੱਜਦੇ ਹੋਏ ਜੀ ਸਟੇਟ ਦੇ ਖਿਲਾਫ ਕੁਝ ਵੀ ਕਹਿਣ ਨੂੰ ਤਿਆਰ ਨਹੀਂ, ਜੀ ਸ਼ਰਨ ਦੇਣਾ ਤਾਂ ਦੂਰ ਦੀ ਗੱਲ, ਮਤਲਬ ਕਹਿਣ ਦਾ ਗਵਾਹੀ ਦੇਣ ਲਈ ਵੀ ਤਿਆਰ ਨਹੀਂ ਸੀ। ਅੱਜ ਵੀ ਕਈ ਲੋਕ ਨੇ ਜਿਹੜੇ ਮਤਲਬ ਹੁਣ ਜਿਹੜੇ ਸਿੱਖ ਨੌਜਵਾਨਾਂ ਨਾਲ ਜਿਹੜਾ ਫੜੋ ਫੜੀ ਦਾ ਦੌਰ ਚੱਲ ਪਿਆ, ਕਿੰਨੇ ਕੁ ਲੋਕ ਬੋਲੇ ਨੇ ਉੱਥੇ। ਮੀਡੀਆ ਦਾ ਸੱਚ ਖਾਮੋਸ਼ ਬੈਠਾ, ਸਰਕਾਰ ਵੱਲੋਂ ਜੋ ਪਰੋਸਿਆ ਜਾ ਰਿਹਾ ਉਸ ਦਾ ਹੀ ਪ੍ਰਚਾਰ ਕਰ ਰਿਹਾ ਕਿ ਜਿਵੇਂ ਇਹ ਜੋ ਕਹਿ ਰਹੇ ਨੇ ਸਹੀ ਹੈ, ਇਹ ਸੱਚ ਪੁੱਤਰ ਨੇ, ਬਾਕੀ ਸਾਰੇ ਝੂਠ ਬੋਲਦੇ ਨੇ। ਜਿਹੜੇ ਮਨੁੱਖੀ ਹੱਕਾਂ ਦੀ ਗੱਲ ਕਰਨ ਵਾਲੇ ਉਹ ਸਾਰੇ ਝੂਠੇ ਨੇ ਜੀ। ਅੱਜ ਵੀ ਉਹੀ ਕੁਝ ਦੁਹਰਾਇਆ ਜਾ ਰਿਹਾ। ਸੋ ਨੱਥੂ ਖਹਿਰਾ ਦੇ ਇਤਿਹਾਸ ਤੋਂ ਕੁਝ ਸਿੱਖ ਲਓ, ਬਿਲਕੁਲ, ਹੋਰ ਨਹੀਂ ਤਾਂ ਅਸੀਂ ਘੱਟੋ ਘੱਟ ਬੋਲਣਾ ਸਿੱਖ ਲਓ। ਬਿਲਕੁਲ, ਜ਼ੁਲਮ ਦੇ ਖਿਲਾਫ ਤੁਸੀਂ ਬਿਆਨ ਦੇ ਦੋਗੇ ਤੇ ਮਰ ਤੇ ਨਹੀਂ ਜਾਓਗੇ। ਤੁਸੀਂ ਨਹੀਂ ਉਹਨਾਂ ਨਾਲ ਬਰਾਬਰ ਲੋਕਾਂ ਨਾਲ ਖੜਨਾ ਜਿਹੜੇ ਸੰਘਰਸ਼ ਕਰ ਰਹੇ ਆ ਜੀ, ਚਾਹੇ ਉਹ ਮਾਓਇਸਟ ਨੇ ਜਾਂ ਖਾਲਿਸਤਾਨੀ ਨੇ, ਨਹੀਂ ਕਰਨਾ ਨਾ ਕਰੋ ਜੀ। ਤੁਹਾਡੀ ਚੋਣ ਹੋ ਸਕਦੀ ਹੈ, ਤੁਸੀਂ ਜ਼ਰੂਰੀ ਨਹੀਂ ਕਿ ਹਰ ਗੱਲ ਨਾਲ ਸਹਿਮਤ ਵੀ ਹੋਵੋ। ਬਿਲਕੁਲ, ਪਰ ਜਿੱਥੇ ਸਟੇਟ ਨੰਗੇ ਚਿੱਟੇ ਰੂਪ ਜ਼ੁਲਮ ਕਰ ਰਿਹਾ ਉਹਦੇ ਖਿਲਾਫ ਬੋਲੋ ਤਾਂ ਸਹੀ। ਇਸ ਨਾਇਨਸਾਫੀ ਜਿਹੜੀ ਹੈ ਨਾ, ਇਹ ਬਹੁਤ ਰੜਕਦੀ ਹੈ। ਤੁਸੀਂ ਜਦੋਂ ਮਹਿਤਾਬ ਸਿੰਘ ਤੇ ਸੁੱਖਾ ਸਿੰਘ ਦੀ ਗੱਲ ਕਰਦੇ ਹੋ, ਜਾਂ ਫਿਰ ਅਸੀਂ 20ਵੀਂ ਸਦੀ ਦੇ ਵਿੱਚ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਪੰਜਾਬ ਦੇ ਹਾਲਾਤ ਦੀ ਗੱਲ ਕਰਦੇ ਹਾਂ, ਜਾਂ ਉਸ ਵੇਲੇ ਜਿਹੜੇ ਸ਼ਹਿਬਾਜ਼ ਸਿੰਘ ਦੀ, ਸੁਬੇਗ ਸਿੰਘ, ਅਸੀਂ ਸ਼ਹਿਬੇਗ ਸਿੰਘ ਜਿਨ੍ਹਾਂ ਨੂੰ ਅਸੀਂ ਲਫ਼ਜ਼ ਜਿਹੜੇ ਆ ਜਨਰਲ ਜਿਹੜੇ ਆ ਉਹਨਾਂ ਦੀ ਗੱਲ ਕਰਦੇ ਹਾਂ, ਸੁਬੇਗ ਸਿੰਘ ਦੀ, ਅਸੀਂ ਇਹ ਗੱਲ ਨੂੰ ਮਹਿਸੂਸ ਕਰਦੇ ਹਾਂ ਕਿ ਜਿਹੜੇ ਲੋਕ ਦ੍ਰਿੜ ਇਰਾਦੇ ਵਾਲੇ ਨੇ ਉਹ ਜਦੋਂ ਵੀ ਕਿਤੇ ਵੀ ਜ਼ੁਲਮ ਹੁੰਦਾ ਉਸ ਦੇ ਖਿਲਾਫ ਲੜਦੇ ਨੇ। ਪਰ ਇੱਕ ਉਹ ਹੱਥ ਠੋਕਾ ਬਣਨ ਵਾਲੇ ਲੋਕ ਨੇ ਜਿਹੜੇ ਕਿ ਦਸਤਾ ਬਣਦੇ ਨੇ ਉਸ ਹਥਿਆਰ ਦਾ ਜਿਹੜਾ ਲੋਕਾਂ ਦਾ ਕਤਲ ਕਰਦਾ। ਉਹ 84 ਵੇਲੇ ਵੀ ਦੇਖਿਆ ਗਿਆ, ਉਹ ਅੱਜ ਵੀ ਦੇਖਿਆ ਜਾਂਦਾ। ਉਸ ਵੇਲੇ ਕੀ ਸੀ, ਉਸ ਵੇਲੇ ਉਹ ਲੋਕ ਜਿਹੜੇ ਕਈ ਖੱਬੇ ਪੱਖੀ ਧਿਰਾਂ ਦੇ ਬੜੇ ਵੱਡੇ ਆਗੂ ਕਹਿੰਦੇ ਸਨ, ਉਹਨਾਂ ਨੇ ਪੀਪਲਜ਼ ਕਮਿਸ਼ਨ ਦਾ ਵੀ ਵਿਰੋਧ ਕੀਤਾ। ਉਹਨਾਂ ਨੇ ਇਹ ਵੀ ਕਿਹਾ ਕਿ ਇਹ ਜਿਹੜੇ ਨੌਜਵਾਨ ਆ ਮੁੱਕਦੇ ਆ, ਮਾਰ ਦਿਓ। ਇਹਨਾਂ ਦੇ ਮੁਕਾਬਲਿਆਂ ਕਰਨ ਵਾਲੇ ਪੁਲਿਸ ਵਾਲਿਆਂ ਨੂੰ ਨਾ ਸਿਰਫ ਕਲੀਨ ਚਿੱਟਾਂ ਦਿੱਤੀਆਂ, ਬਲਕਿ ਉਹਨਾਂ ਦੇ ਸੋਲੇ ਗਾਏ, ਉਹਨਾਂ ਦੇ ਕਸੀਦੇ ਪੜ੍ਹੇ, ਉਹਨਾਂ ਦੀਆਂ ਪ੍ਰਸ਼ੰਸਾ ਕੀਤੀਆਂ। ਤੇ ਉਹਨਾਂ ਦੇ ਖਿਲਾਫ ਜੇਕਰ ਉੱਠ ਕੇ ਜਸਟਿਸ ਕੁਲਦੀਪ ਸਿੰਘ ਵਰਗਿਆਂ ਨੇ ਕਮਿਸ਼ਨ ਬਣਾਉਣ ਦੀ ਗੱਲ ਕੀਤੀ ਤਾਂ ਇਹ ਕਿਹਾ ਕਿ ਅਜਿਹਾ ਕੁਛ ਕਰਕੇ ਪੁਲਿਸ ਵਾਲਿਆਂ ਦਾ ਜਿਹੜਾ ਮੋਰਾਲ ਹੈ ਉਹ ਡਿੱਗ ਪਏਗਾ, ਅਜਿਹਾ ਨਾ ਕਰੋ। ਉਹ ਲੋਕ ਕਿੱਥੋਂ ਦੇ ਅਗਾਂਹ ਵਧੂ ਨੇ, ਇਹ ਬੜਾ ਵੱਡਾ ਸਵਾਲ ਹੈ। ਉਹਨਾਂ ਨੂੰ ਤਾਂ ਅੱਜ ਸਗੋਂ ਪੁੱਛਣਾ ਚਾਹੀਦਾ ਕਿ ਜਦੋਂ ਹੁਣ ਤੁਸੀਂ ਵੇਖਦੇ ਹੋ ਕਿ ਮੋਦੀ ਦੀ ਹਕੂਮਤ ਥੱਲੇ ਇੰਨਾ ਕੁਝ ਹੋ ਰਿਹਾ, ਤੇ ਹੁਣ ਬੜਾ ਕਹਿੰਦੇ ਬੀਜੇਪੀ ਆਹ ਕਰ ਰਹੀ, ਬੀਜੇਪੀ ਵਾਹ ਕਰ ਰਹੀ ਹੈ। ਬੀਜੇਪੀ ਕੋਈ ਨਵਾਂ ਤਾਂ ਨਹੀਂ ਕਰ ਰਹੀ। ਹਾਂ, ਇੱਕ ਲੈਵਲ ਤੇ ਨਵਾਂ ਇਹ ਹੈ ਕਿ ਬਈ ਇਹ ਪਾਰਟੀ ਸਿੱਧੇ ਰੂਪ 'ਚ ਕਹਿੰਦੀ ਕਿ ਹਿੰਦੂ ਰਾਸ਼ਟਰ ਬਣਾਓ ਤੇ ਅਸੀਂ ਫਿਰਕਾ ਪ੍ਰਸ ਹਾਂ, ਬਾਕੀ ਸਾਰੇ ਜਿਹੜੇ ਆ ਦੁੱਕੀ ਤਿੱਕੀ ਨੇ, ਉਹ ਤਾਂ ਸਿੱਧਾ ਕਹਿ ਰਹੇ ਆ। ਬਿਲਕੁਲ, ਇਹ ਫਰਕ ਹੈ ਪਿਛਲੀ ਸਰਕਾਰ ਦੇ ਮੁਕਾਬਲੇ। ਪਰ ਜਿਹੜਾ ਜ਼ੁਲਮੋ ਸਿਤਮ ਹੈ, ਸਰਕਾਰੀ ਦਮਨ ਹੈ, ਉਹ ਤਾਂ ਉਦਾਂ ਹੀ ਚੱਲਿਆ ਆ ਰਿਹਾ ਜੀ। ਸੋ ਤੁਹਾਨੂੰ ਅੱਜ ਜੇ ਇਸ ਗੱਲ ਤੇ ਹੈਰਾਨੀ ਤੇ ਨਹੀਂ ਹੋਣੀ ਚਾਹੀਦੀ, ਤੁਸੀਂ ਖੁਦ ਉਸ ਜ਼ੁਲਮ ਦੇ ਕਰਨ ਵਾਲਿਆਂ ਦੇ ਨਾਲ ਖੜੇ ਸੀਗੇ, ਉਸੇ ਪੈਟਰਨ ਦੇ ਨਾਲ ਖੜੇ ਸੀ, ਤੇ ਅੱਜ ਉਹ ਪੈਟਰਨ ਹਰ ਇੱਕ ਨੂੰ ਪ੍ਰਭਾਵਿਤ ਕਰ ਰਿਹਾ। ਪਰ ਜੇ ਤੁਸੀਂ ਉਦੋਂ ਆਪਣੇ ਰੋਲ ਨੂੰ ਸਹੀ ਤਰੀਕੇ ਨਾਲ ਸਮਝਿਆ ਹੁੰਦਾ ਤੇ ਇਹ ਹਾਲਾਤ ਥੋੜ੍ਹਾ ਨਾ ਬਣਨੇ ਸੀ। ਬਿਲਕੁਲ। ਸੋ ਪੁਲਿਸ ਸਟੇਟ ਜਦੋਂ ਉਦੋਂ ਬਣਾਇਆ ਗਿਆ ਪੰਜਾਬ ਵਿੱਚ, ਜੋ ਜ਼ੁਲਮ ਹੋਇਆ, ਅੱਜ ਉਹ ਜ਼ੁਲਮ ਸਾਰੇ ਪਾਸੇ ਦੁਹਰਾਇਆ ਜਾ ਰਿਹਾ। ਸੋ ਤੁਹਾਨੂੰ ਤਕਲੀਫ ਹੋ ਰਹੀ ਹੈ, ਆਪ ਤੁਹਾਡੀ ਗਿਣਤੀ ਪਾਰਲੀਮੈਂਟ 'ਚ ਵੀ ਕਸੂੰਗੜ ਕੇ ਰਹਿ ਗਈ ਹੈ। ਸੋ ਇਸ ਕਰਕੇ ਇਹ ਜੇ ਉਸ ਵੇਲੇ ਇਮਾਨਦਾਰੀ ਨਾਲ ਖੜਦੇ ਤੇ ਸ਼ਾਇਦ ਅੱਜ ਇਹ ਦਿਨ ਸਾਨੂੰ ਨਾ ਵੇਖਣੇ ਪੈਂਦੇ। ਹੁਣ ਮੈਂ ਸਵਾਲ ਕਰਨਾ ਚਾਹੁੰਦਾ ਉਹਨਾਂ ਸਾਰੇ ਖੱਬੇ ਪੱਖੀਆਂ ਨੂੰ,
ਤੁਸੀਂ ਪੰਜਾਬ 'ਚ ਬਹੁਤ ਤਕਲੀਫ ਮੰਨੀ ਕਿ ਫਲਾਣੇ ਦੇ ਘਰ 'ਚ ਰੋਟੀ ਖਵਾਈ, ਫਲਾਣੇ ਨੇ ਆਹ ਕੀਤਾ, ਫਲਾਣੇ ਨੇ ਵਾਹ ਕੀਤਾ। ਨਰਿੰਦਰ ਮੋਦੀ ਦੀ ਉੱਠਣੀ ਬੈਠਣੀ ਰਹੀ ਹੈ ਸਵਾਮੀ ਅਸੀਮਾਨੰਦ ਦੇ ਨਾਲ। ਫੋਟੋਆਂ ਜਗ ਜਾਹਰ ਨੇ। ਅਸੀਮਾਨੰਦ ਉਹ ਸ਼ਖਸ ਜਿਹਨੇ ਸਮਝੌਤਾ ਦਾ ਬਲਾਸਟ ਵੀ ਕੀਤਾ, ਅਦਾਲਤ 'ਚ ਖੜ ਕੇ ਮੰਨਿਆ। ਉਸ ਦਾ ਮੁਕਾਬਲਾ ਤਾਂ ਕੀ ਬਣਾਉਣਾ ਸੀਗਾ, ਮੰਨੇ ਹੋਣ ਤੋਂ ਬਾਅਦ ਵੀ ਉਸ ਨੂੰ ਛੱਡ ਦਿੱਤਾ ਗਿਆ। ਹਾਂਜੀ, ਸਬੂਤ ਪੇਸ਼ ਹੀ ਨਹੀਂ ਕੀਤੇ ਗਏ ਤਾਂ ਕਿ ਉਹ ਬਰੀ ਹੋ ਜਾਵੇ। ਹਾਂ, ਤੁਸੀਂ ਇਹ ਵੇਖੋ ਕਿ ਉਸ ਦੌਰ ਦੇ ਵਿੱਚ ਪੰਜਾਬ ਜਦੋਂ ਜ਼ਿਆਦਤੀਆਂ ਹੋਈਆਂ, ਤੁਹਾਡੇ ਘਰ ਕੋਈ ਰੋਟੀ ਖਾ ਗਿਆ ਤੇ ਤੁਹਾਡੇ ਘਰੋਂ ਉਹਨਾਂ ਨੇ ਡੰਗਰ ਵੀ ਚੱਕ ਲੈਣੇ ਆ, ਘਰ ਦੀਆਂ ਬੁੜੀਆਂ ਵੀ ਚੱਕ ਲੈਣੀਆਂ। ਬਿਲਕੁਲ। ਤੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਉਸ ਬੰਦੇ ਨਾਲ ਉੱਠਦਾ ਬੈਠਦਾ ਹੋਵੇ ਦਹਿਸ਼ਤਗਰਦ ਦੇ ਨਾਲ, ਉਹਨੂੰ ਕਿਸੇ ਨੇ ਪੁੱਛਿਆ ਤੱਕ ਵੀ ਨਹੀਂਗਾ। ਤੇ ਅੱਜ ਕਿੱਥੇ ਨੂੰ ਖੱਬੇ ਪੱਖੀ ਜਿਹੜੇ ਪੰਜਾਬ 'ਚ ਗੱਲ-ਗੱਲ ਤੇ ਮੋਰਚੇ ਲਾਉਂਦੇ ਸੀ ਦੇਸ਼ ਦੀ ਏਕਤਾ ਅਖੰਡਤਾ ਦੇ ਲਈ, ਅੱਜ ਵੀ ਦੇਸ਼ ਦੀ ਏਕਤਾ ਨੂੰ ਖਤਰਾ ਹੀ ਆ ਅੰਦਰੂਨੀ ਤਾਕਤਾਂ ਵੱਲੋਂ। ਲਾਓ ਮੋਰਚੇ ਪੂਰੇ ਹਿੰਦੁਸਤਾਨ ਵਿੱਚ। ਅੱਜ ਕਿਉਂ ਨਹੀਂ ਮੁਕਾਬਲੇ ਬਣਾਏ ਜਾ ਰਹੇ ਉਹਨਾਂ ਦੇ, ਜਿਹੜੇ ਲੋਕ ਹਿੰਦੂਤਵ ਦੇ ਨਾਂ ਤੇ ਦਹਿਸ਼ਤਗਰਦੀ ਫੈਲਾ ਰਹੇ, ਉਲਟਾ ਉਹਨਾਂ ਨੂੰ ਛੱਡਿਆ ਜਾ ਰਿਹਾ, ਪਾਰਲੀਮੈਂਟ 'ਚ ਬਿਠਾਇਆ ਜਾ ਰਿਹਾ। ਸੋ ਇਹ ਤਾਂ ਹੁਣ ਉਹ ਜਵਾਬ ਦੇਣ, ਔਰ ਜਵਾਬ ਦੇਣੇ ਪੈਣਗੇ ਉਹਨਾਂ ਨੂੰ। ਬਿਲਕੁਲ ਜੀ, ਇਤਿਹਾਸ ਦੁਹਰਾਉਂਦਾ ਆਪਣੇ ਆਪ ਨੂੰ ਸਾਡੇ ਸਾਹਮਣੇ। ਜੇ ਅਸੀਂ ਅੱਜ ਚਾਹੇ 1740 ਦੇ ਮੱਸਾ ਰੰਗੜ ਦੇ ਇਤਿਹਾਸ ਦੀ ਗੱਲ ਕਰਦੇ ਹਾਂ, ਸੁੱਖਾ ਸਿੰਘ ਮਹਿਤਾਬ ਸਿੰਘ ਦੇ ਸੋਧਣ ਜੋ ਉਹਨਾਂ ਨੇ ਕਦਮ ਚੁੱਕਿਆ, ਉਸ ਦੀ ਗੱਲ ਕਰਦੇ ਹਾਂ। ਪਰ ਇਹ ਕਹਾਣੀ ਮੁੱਕਤਾ ਨਹੀਂ ਗਈ, ਇਹ ਅੱਜ ਵੀ ਹੈ। ਜੇ ਇੱਕ ਪਾਸੇ ਅੱਜ ਨੱਥੂ ਖਹਿਰੇ ਵਰਗੇ ਨੇ ਤੇ ਅੱਜ ਹਰਭਗਤ ਨਰਿੰਜਣੀਆ ਵਰਗੇ ਵੀ ਨੇ। ਉਹ ਹਰਭਗਤ ਨਰਿੰਜਣੀਆ ਉਸ ਵੇਲੇ ਜੋ ਰੋਲ ਅਦਾ ਕਰ ਰਿਹਾ ਸੀ, ਅੱਜ ਦੇ ਹਰਭਗਤ ਨਰਿੰਜਣੀਆ ਵੀ ਦੇਖੋ। ਗੁਰਦੁਆਰਿਆਂ ਦੇ ਵਿੱਚ ਅਸੀਂ ਕੈਨੇਡਾ ਦੀ ਇਤਿਹਾਸ ਦੀ ਮਿਸਾਲ ਵੀ ਲੈ ਲਈਏ ਕਿ ਵੋਟਾਂ ਬਣਾਉਣ ਦੇ ਲਈ ਇਹੋ ਜਿਹੇ ਹਰਭਗਤ ਨਰਿੰਜਣੀਏ ਮੈਂਬਰ ਵੀ ਬਣਦੇ ਰਹੇ ਆ, ਜਾਂ ਉਹਨਾਂ ਨੂੰ ਨਾਲ ਵੀ ਲਿਆ ਜਾਂਦਾ ਰਿਹਾ। ਪਰ ਬਾਅਦ ਦੇ ਵਿੱਚ ਉਹਨਾਂ ਦਾ ਰੋਲ ਕੀ ਰਿਹਾ ਕਿ ਕੈਨੇਡਾ ਦੇ ਵਿੱਚ ਜਿਹੜੇ ਸਿੱਖ ਲੋਕ ਇੱਥੇ ਵਸਦੇ ਨੇ, ਇਹ ਜਾਂ ਤਾਂ ਕਿਸੇ ਨਾ ਕਿਸੇ ਤਰੀਕੇ ਨਾਲ ਪਿਛਲੱਗ ਬਣ ਜਾਣ ਉਹ ਬ੍ਰਾਹਮਣੀ ਮਾਹੌਲ ਦਾ, RSS ਦੇ ਏਜੰਡੇ ਤੇ ਪੂਰੇ ਆ ਜਾਣ, ਰਾਸ਼ਟਰੀ ਸਿੱਖ ਸੰਘ ਦੇ ਵਿੱਚ ਆ ਜਾਣ, ਜਾਂ ਫਿਰ ਇਹ ਅੱਤਵਾਦੀ ਜਾਂ ਵੱਖਵਾਦੀ ਨੇ, ਜਾਂ ਇਹਨਾਂ ਦੇ ਖਿਲਾਫ ਜਿਹੜਾ ਹੈ ਦੇਸ਼ ਵਿਰੋਧੀ ਗਰਦਾਨਣ ਦਾ ਜਿਹੜਾ ਹੈ ਸਿਲਸਿਲਾ ਸ਼ੁਰੂ ਕੀਤਾ ਜਾਏਗਾ। ਦੇਖੋ ਉਸੇ ਕੜੀ ਦਾ ਹਿੱਸਾ ਹੀ ਆ ਇੱਥੇ ਹਿੰਦੂ ਸਿੱਖ ਫੋਰਮ ਬਣਾਇਆ ਗਿਆ ਜੀ। ਹੁਣ ਹਿੰਦੂ ਸਿੱਖ ਫੋਰਮ ਦੀ ਕੀ ਲੋੜ ਆ? ਜੇ ਤੁਸੀਂ ਸੈਕੂਲਰ ਸੋਚ ਰੱਖਦੇ ਹੋ, ਤੁਹਾਨੂੰ ਤਾਂ ਹਿੰਦੂ ਸਿੱਖ ਫੋਰਮ ਵਰਗੇ ਲਫ਼ਜ਼ ਇਸਤੇਮਾਲ ਹੀ ਨਹੀਂ ਕਰਨੇ ਚਾਹੀਦੇ ਜੀ, ਕਿਉਂਕਿ ਸਿਰਫ ਏਕਤਾ ਦਾ ਸਵਾਲ ਸਿਰਫ ਇਹਨਾਂ ਦੋ ਭਾਈਚਾਰਿਆਂ ਦੇ ਵਿੱਚ ਆ। ਕਿਉਂਕਿ RSS ਦੀ ਸੋਚ ਹੈ ਪਿੱਛੇ, ਹਿੰਦੂਆਂ ਸਿੱਖਾਂ ਨੂੰ ਜੋੜ ਕੇ ਵੇਖਦੇ ਆ। ਤੁਸੀਂ ਇਹੋ ਜਿਹਾ ਪ੍ਰਚਾਰ ਕਰਦੇ ਹੋ, ਔਰ ਮਿਸਾਲ ਤੌਰ ਤੇ ਨਾਂ ਲਗਾ ਹੋ ਜਿਸ ਅਖੌਤੀ ਸਿੱਖ ਸਕਾਲਰ ਨੂੰ ਜੋੜਿਆ ਹੋਇਆ, ਜਿਹੜਾ ਬੜਾ ਹੁਬ ਕੇ ਉਹਨਾਂ ਦੇ ਹੱਕ 'ਚ ਬਿਆਨ ਵੀ ਦਿੰਦਾ। ਕਸ਼ਮੀਰ 'ਚ ਜੋ ਹੋਇਆ ਉਹਨੂੰ ਬੜਾ ਵਧੀਆ ਲੱਗ ਰਿਹਾ। ਨਰਿੰਦਰ ਮੋਦੀ ਆਇਆ, ਸਭ ਤੋਂ ਮੂਹਰੇ ਸੀਗਾ ਸਵਾਗਤ ਕਰਨ ਵਾਲਿਆਂ ਦੇ ਵਿੱਚ। ਖਾਲਿਸਤਾਨ ਦੇ ਖਿਲਾਫ ਐਡੀ ਜ਼ਬਾਨ ਲੰਬੀ ਸੀ ਉਸ ਸ਼ਖਸ ਦੀ, ਅੱਜ ਉਹਦੀ ਜ਼ਬਾਨ ਕਿਉਂ ਖਾਮੋਸ਼ ਹੈ? ਅੱਜ ਹਿੰਦੂਤਵ ਦੇ ਨਾਂ ਤੇ ਦਹਿਸ਼ਤਗਰਦੀ ਹੋ ਰਹੀ ਹੈ ਤੇ ਤੁਸੀਂ ਉਹਨਾਂ ਦੇ ਨਾਲ ਬੈਠੇ ਹੋ, ਉਹਨਾਂ ਦੇ ਖੇਮੇ 'ਚ ਹੋ। ਤੁਸੀਂ ਜਾ ਕੇ ਚੀਨੀ ਸਫਾਰਤਖਾਨੇ ਦੇ ਬਾਹਰ ਰੋਸ ਵਿਖਾਵੇ ਕਰਦੇ ਹੋ। ਤੁਸੀਂ ਇੰਡੀਅਨ ਗਵਰਨਮੈਂਟ ਦੇ ਸਫਾਰਤਖਾਨੇ ਬਾਰੇ ਮੁਜ਼ਾਹਰਾ ਕਿਉਂ ਨਹੀਂ ਕਰਦੇ? ਘੱਟ ਗਿਣਤੀ 'ਤੇ ਹਮਲੇ ਹੋ ਰਹੇ। ਖਾਲਿਸਤਾਨ ਵੇਲੇ ਤਾਂ ਤੁਸੀਂ ਸੈਕੂਲਰ ਸੀਗੇ, ਅੱਜ ਤੁਹਾਡਾ ਸੈਕੂਲਰਿਜ਼ਮ ਵੀ ਅਲੋਪ ਹੋ ਗਿਆ। ਸੋ ਇਸ ਕਿਸਮ ਦੀਆਂ ਜਿਹੜੀਆਂ ਗੱਲਾਂ ਅਸੀਂ ਵੇਖ ਰਹੇ ਹਾਂ। ਫਿਰ ਦੁੱਖ ਦੀ ਗੱਲ ਕਿ ਜਿਹੜੇ ਆਪਣੇ ਆਪ ਨੂੰ ਕਹਿੰਦੇ ਸੀ ਬੜੇ ਮਾੜੇ ਧੀੜੇ ਦਬਾਏ ਦੱਬੇ ਕੁਚਲੇ ਲੋਕ ਆ, ਦਲਿਤ ਆ, ਉਹਨਾਂ ਦੇ ਗੁਰੂ ਘਰਾਂ 'ਚ ਕੀ ਹੋ ਰਿਹਾ ਇੱਥੇ ਜੀ? ਉਹ ਸਿੱਧੇ ਤੌਰ ਤੇ ਉਹਨਾਂ ਗੁਰੂ ਘਰਾਂ ਨਾਲ ਤਾਰਾਂ ਜੁੜੀਆਂ ਹੋਈਆਂ ਜਿਹੜੇ ਖੁਸ਼ਾਮਤੀ ਨੇ ਇੰਡੀਅਨ ਗਵਰਨਮੈਂਟ ਦੇ। ਉਹਨਾਂ ਦੀਆਂ ਵੋਟਾਂ ਬਣਾਉਣ ਲਈ ਵੀ ਸਭ ਤੋਂ ਮੂਹਰੇ ਉਹ ਜਿਹੜੇ ਭਾਰਤੀ ਸਫੀਰ ਹੋਣ ਜਾਂ ਭਾਰਤੀ ਜਨਤਾ ਪਾਰਟੀ ਵਾਲੇ ਹਿੰਦੂਤਵੀ ਆਗੂ ਹੋਣ, ਉਹਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਹੁੰਦਾ ਨਾ ਗੁਰਦੁਆਰਿਆਂ ਦੇ ਵਿੱਚ। ਇਹ ਤਾਂ ਅੰਬੇਡਕਰ ਨੂੰ ਵੀ ਪਿੱਠ ਦਿੱਤੀ ਇਹਨਾਂ ਨੇ। ਰਵਿਦਾਸ ਦੇ ਤਾਂ ਪਹਿਲਾਂ ਹੀ ਕੁਛ ਨਹੀਂ ਸੀ ਲੱਗਦੇ ਜਿਸ ਕਿਸਮ ਦੀ ਇਹਨਾਂ ਦੀ ਪੋਲਿਟਿਕਸ ਹੈ। ਅੰਬੇਦਕਰ ਨੂੰ ਵੀ ਪਿੱਠ ਦਿੱਤੀ ਇਹਨਾਂ ਲੋਕਾਂ ਨੇ, ਮਾਤ ਪਾਤੀ ਸਾਰਿਆਂ ਨੂੰ। ਸੋ ਇਹ ਆਲਮ ਬਣਿਆ ਹੋਇਆ। ਔਰ ਰੌ ਸਟਰੀਟ ਦੇ ਗੁਰਦੁਆਰੇ ਦੀ ਆਪਾਂ ਕੀ ਗੱਲ ਕਰੀਏ ਬਾਰ-ਬਾਰ, ਰਾਣਾ ਯੂ ਵਰਗੀ ਪੱਤਰਕਾਰ ਜਿਸ ਦੀ ਹੁਣ ਭੀੜ ਪਈ ਹੋਈ ਹੈ, ਹੁਣ ਕੀ ਕਿਹੜੇ ਮੂੰਹ ਨਾਲ ਉਹਦੀ ਨਿੰਦਾ ਕਰਨਗੇ ਉਸ ਗੱਲ ਦੀ? ਜਦੋਂ ਇੱਥੇ ਆਈ ਉਹਨੂੰ ਬੋਲਣ ਨਹੀਂ ਦਿੱਤਾ ਉਹਨਾਂ ਨੇ। ਨਰਿੰਦਰ ਮੋਦੀ ਨੂੰ ਸੱਦ ਲਿਆ ਕਿ ਆਓ ਜੀ ਆਓ। ਨਰਿੰਦਰ ਮੋਦੀ ਬਾਰੇ ਕਿਸੇ ਨੇ ਨਹੀਂ ਕਿਹਾ ਉਹਦਾ ਵਾਦਗ੍ਰਸਤ ਪਿਛੋਕੜ ਹੈ, 2002 ਦੇ ਕਤਲੇਆਮ ਵਿੱਚ ਸ਼ਾਮਲ ਸੀਗਾ। ਰਾਣਾ ਯੂ ਬਾਰੇ ਕਹਿ ਰਹੇ ਕਿ ਵਾਦਗ੍ਰਸਤ ਪਿਛੋਕੜ ਅਸੀਂ ਨਹੀਂ ਬੋਲਣ ਦੇ ਸਕਦੇ। ਕੀ ਵਿਵਾਦਗ੍ਰਸਤ ਪਿਛੋਕੜ ਉਹਦਾ? ਉਸਨੇ ਮੋਦੀ ਤੇ ਸਵਾਲ ਕੀਤੇ ਨੇ, ਪੁਸਤਕ ਲਿਖੀ ਹੈ ਬਹਾਦਰੀ ਦੇ ਨਾਲ, ਤੁਸੀਂ ਉਸ ਨੂੰ ਬੋਲਣ ਨਹੀਂ ਦੇ ਰਹੇ। ਫਿਰ ਤੁਸੀਂ ਕਾਹਦੇ ਮੋਡਰੇਟ ਹੋ? ਤੁਹਾਡਾ ਜੇ ਸਿਧਾਂਤ ਸੀਗਾ ਕਿ ਅਸੀਂ ਉਹਨਾਂ ਤਾਕਤਾਂ ਦੇ ਖਿਲਾਫ ਖੜੇ ਹਾਂ ਜਿਹੜੇ ਖਾਲਿਸਤਾਨ ਦੀ ਗੱਲਾਂ ਕਰਦੀਆਂ, ਤੇ ਅੱਜ ਤੁਸੀਂ ਹਿੰਦੂ ਰਾਸ਼ਟਰਵਾਦੀਆਂ ਦੇ ਨਾਲ ਕਿਵੇਂ ਖੜ ਗਏ? ਸੋ ਦੋਹਰੇ ਸਿਧਾਂਤ ਨਹੀਂ ਨਾ ਚੱਲਣੇ ਤੁਹਾਡੇ ਆ ਵਾਲੇ। ਸੋ ਇਹ ਅਫਸੋਸ ਦੀ ਗੱਲ। ਇੱਕ ਹੋਰ ਮਿਸਾਲ ਲਓ ਕਿ ਜਦੋਂ ਰਿਪੁਦਮਨ ਸਿੰਘ ਮਲਿਕ ਤੇ ਅਜੈਬ ਸਿੰਘ ਬਾਗੜੀ ਨੂੰ ਕੋਰਟਾਂ ਨੇ ਛੱਡ ਦਿੱਤਾ ਜੀ, ਇੱਕ ਬਹੁਤ ਤਗੜੇ ਮੋਡਰੇਟ ਆਗੂ ਨੇ ਸਰੀ ਦੇ ਗੁਰਦੁਆਰੇ 'ਚ ਇਹ ਬਿਆਨ ਦਿੱਤਾ ਕਿ ਇਹ ਸਾਡੇ ਗੁਰਦੁਆਰੇ ਨਹੀਂ ਆ ਸਕਦੇ। ਜਦੋਂ ਅਦਾਲਤ ਨੇ ਬਰੀ ਕਰ ਦਿੱਤਾ, ਤੁਸੀਂ ਕੌਣ ਹੁੰਦੇ ਰੋਕਣ ਵਾਲੇ? ਫਿਰ ਮੈਂ ਸਵਾਲ ਕੀਤਾ ਸੀ ਇਹਨਾਂ ਲੋਕਾਂ ਨੂੰ ਕਿ ਤੁਸੀਂ ਨਰਿੰਦਰ ਮੋਦੀ ਨੂੰ ਕਿਵੇਂ ਆਉਣ ਦੇ ਦਿੱਤਾ? ਆਖਿਆ ਜੀ ਅਦਾਲਤ ਨੇ ਉਸਨੂੰ ਕਸੂਰ ਨਹੀਂ ਪਾਇਆ ਤੇ ਅਦਾਲਤਾਂ ਨੇ ਤੇ ਮਲਿਕ ਨੂੰ ਤੇ ਬਾਗੜੀ ਨੂੰ ਬਰੀ ਕਰਤਾ ਸੀਗਾ। ਫਿਰ ਤੁਸੀਂ ਉਦੋਂ ਇਹ ਬਿਆਨ ਕਿਉਂ ਦਿੱਤਾ ਸੀ ਕਿ ਉਹ ਨਹੀਂ ਆ ਸਕਦੇ? ਮਤਲਬ ਆਪਣੇ ਤੌਰ ਤੇ ਹੀ ਆਪਣੇ ਨਿਯਮ ਬਣਾਏ ਹੋਏ ਆ। ਪਿੱਛੋਂ ਕਿੱਥੋਂ ਉਹਨਾਂ ਦੀ ਤਾਰਾਂ ਚੱਲਦੀਆਂ, ਕਿੱਥੋਂ ਉਹਨਾਂ ਦੀ ਚਾਬੀ ਚੱਲਦੀ ਆ, ਇਹ ਸਾਰੀ ਦੁਨੀਆ ਜਾਣਦੀ ਹੈ। ਜਿੱਥੋਂ ਤੱਕ ਜੋ ਮੌਜੂਦਾ ਘਟਨਾਕ੍ਰਮ ਬਾਰੇ ਤੁਸੀਂ ਟਿੱਪਣੀਆਂ ਕੀਤੀਆਂ, ਅਫਸੋਸ ਹੈ ਕਿ ਇਹਨਾਂ 'ਤੇ ਚਰਚਾ ਜਿਹੜੀ ਹੈ ਨਹੀਂ ਹੋ ਰਹੀ।
ਪਰ ਇਹ ਜੇ ਅੱਜ ਅਸੀਂ ਇਤਿਹਾਸ ਨੂੰ ਸਾਹਮਣੇ ਰੱਖ ਕੇ ਵਰਤਮਾਨ ਨੂੰ ਦੇਖਦੇ ਹਾਂ ਤਾਂ ਮੈਨੂੰ ਲੱਗਦਾ ਕਿ ਸਭ ਤੋਂ ਵੱਡਾ ਸ਼ੀਸ਼ਾ ਇਤਿਹਾਸ ਹੁੰਦਾ ਹੈ। ਉਹਦੇ ਸਾਹਮਣੇ ਖੜ ਕੇ ਦੇਖਿਆ ਜਾਂਦਾ ਕਿ ਚਿਹਰੇ ਤੇ ਕਾਲਕ ਕਿੰਨੀ ਲੱਗੀ ਹੈ, ਕਿੰਨੀ ਜਿਲਤ ਹੋ ਰਹੀ ਹੈ, ਕਿਸ ਕਿਸਮ ਦੀ ਨਿਤ ਆਏ ਦਿਨ ਅਸੀਂ ਸਿੱਖ ਜਿਹੜੇ ਆ, ਸਿੱਖ ਚਾਹੇ ਉਸ ਵੇਲੇ ਸੁੱਖਾ ਸਿੰਘ ਮਹਿਤਾਬ ਸਿੰਘ ਲੜੇ, ਚਾਹੇ 20ਵੀਂ ਸਦੀ ਦੇ ਵਿੱਚ ਯੋਧੇ ਲੜੇ, ਚਾਹੇ ਗਦਰੀ ਯੋਧਿਆਂ ਦੀ ਗੱਲ ਕਰੀਏ ਜਾਂ ਕੋਈ ਵੀ ਹੈ, ਕੋਈ ਕਿਸੇ ਵੀ ਪੱਧਰ ਤੇ ਇਹ ਨਹੀਂ ਕਿ ਇੱਕ ਖਾਸ ਵਰਗ ਦੀ ਹਕੂਮਤ ਕਾਇਮ ਕਰਨ ਲਈ ਜਾਂ ਕਿਸੇ ਖਾਸ ਬਹੁ ਗਿਣਤੀ ਦਾ ਜਿਹੜਾ ਰਾਸ਼ਟਰਵਾਦ ਹੈ ਉਸ ਲਈ ਲੜੇ ਹੋਣ। ਉਹਨਾਂ ਦਾ ਏਜੰਡਾ ਕੀ ਸੀ? ਸਾਰਿਆਂ ਦੇ ਵਾਸਤੇ ਆਜ਼ਾਦੀ ਦੀ ਗੱਲ। ਉਹਨਾਂ ਦਾ ਏਜੰਡਾ ਕੀ ਸੀ? ਧਾਰਮਿਕ ਆਜ਼ਾਦੀ ਦੀ ਗੱਲ। ਉਹਨਾਂ ਦਾ ਏਜੰਡਾ ਕੀ ਸੀ? ਮਨੁੱਖੀ ਅਧਿਕਾਰਾਂ ਦੀ ਗੱਲ। ਪਰ ਮੈਂ ਹੈਰਾਨ ਹੈ ਕਿ ਇਤਿਹਾਸ ਦੀਆਂ ਕਿਤਾਬਾਂ ਦੇ ਵਿੱਚ ਅੱਜ ਸੁੱਖਾ ਸਿੰਘ ਮਹਿਤਾਬ ਸਿੰਘ ਦਾ ਇਤਿਹਾਸ ਵੀ ਵਿਗਾੜਿਆ ਜਾ ਰਿਹਾ, ਉਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਵੀ ਵਿਗਾੜਿਆ ਜਾ ਰਿਹਾ। ਇਹਨਾਂ ਨੂੰ ਵੀ ਕਿਹਾ ਜਾ ਰਿਹਾ ਕਿ ਇੱਕ ਮੁਗਲ ਦਾ ਜਿਹੜਾ ਮੁਸਲਮਾਨ ਦਾ ਸਿਰ ਵੱਢਿਆ, ਉਹਨਾਂ ਨੂੰ ਕਿਹਾ ਜਾ ਰਿਹਾ ਕਿ ਬੰਦਾ ਸਿੰਘ ਬਹਾਦਰ ਨੇ ਉਸ ਵੇਲੇ ਵਜ਼ੀਰ ਖਾਂ ਜਿਹੜਾ ਮੁਗਲ ਸਲਤਨਤ ਸੀ ਉਸ ਦੇ ਖਿਲਾਫ ਲੜੇ ਅਤੇ ਉਸ ਦੇ ਵਾਸਤੇ ਬੰਦਾ ਵੀਰ ਬਰਾਗੀ ਪੇਸ਼ ਕੀਤਾ ਜਾ ਰਿਹਾ। ਉੱਥੇ ਹੀ ਬਸ ਨਹੀਂ, ਗੁਰੂ ਗੋਬਿੰਦ ਸਿੰਘ ਜੀ ਨੂੰ ਖੁਦ ਇਸ ਤਰ੍ਹਾਂ ਦਾ ਪੇਸ਼ ਕਰ ਦਿੱਤਾ ਕਿ ਉਹ ਇੱਕ ਰਾਸ਼ਟਰਵਾਦੀ ਸੀ। ਅਤੇ ਇਹ ਗੱਲ ਬਕਾਇਦਾ RSS ਦੀਆਂ ਜਿਹੜੀਆਂ ਕਿਤਾਬਾਂ ਛਪੀਆਂ ਨੇ, ਜਪਜੀ ਸਾਹਿਬ ਦੇ ਅਰਥਾਂ ਦੀ ਅਨਰਥ ਕਰ ਦਿੱਤੇ। ਉਸ ਨੂੰ ਇਹ ਕਿਹਾ ਗੀਤਾ ਦਾ ਸਾਰ ਹੈ। ਇਹ ਗੱਲ ਗਾਂਧੀ ਤੋਂ ਲੈ ਕੇ ਸਾਰਿਆਂ ਨੇ ਪ੍ਰਚਾਰਿਆ ਕਿ ਆਪਣੀ ਵਿਲੱਖਣ ਜਿਹੜੀ ਹੋਂਦ ਹੈ ਇੱਕ ਖਾਸ ਬਾਣੀ ਦੀ, ਜਿਹਦੇ 'ਚ ਉੱਥੇ ਭਗਤ ਕਬੀਰ ਜੀ ਵੀ ਬੈਠੇ ਨੇ, ਉੱਥੇ ਫਰੀਦ ਜੀ ਵੀ ਬੈਠੇ ਨੇ। ਉੱਥੇ ਫਰੀਦ ਜੀ ਕਹਿੰਦੇ ਨੇ, ਫਰੀਦਾ ਬੇਨਵਾਜਿਆ ਕੁੱਤਿਆ, ਇਹ ਨਾ ਭਲੀ ਰੀਤ ਕਬੂ ਨੂੰ ਚੱਲ ਨਾ ਆਇਆ, ਪੰਜੇ ਵਕਤ ਮਸੀਤ ਕਹੋ। ਗੁਰੂ ਸਾਹਿਬ ਉਹਨੂੰ ਵੀ ਥਾਂ ਦੇ ਰਹੇ ਨੇ। ਜੇ ਉੱਥੇ ਰਾਮਾਨੰਦ ਜੀ ਨੂੰ ਥਾਂ ਤਾਂ ਉੱਥੇ ਥਾਂ ਇਹ ਵੀ ਦੇ ਰਹੇ ਨੇ। ਹੁਣ ਤੁਸੀਂ ਕਹਿ ਰਹੇ ਹੋ ਕਿ ਗੁਰੂ ਗ੍ਰੰਥ ਸਾਹਿਬ ਆ ਫਲਾਂ ਰਚਨਾ ਦੇ ਵਿੱਚ ਇਹਨੂੰ ਪੇਸ਼ ਕਰਦਾ ਹੈ ਜਾਂ ਸਾਡੇ ਵਿਦਾਂਤ ਦਾ ਨਿਚੋੜ ਹੈ, ਕਿਸ ਤਰੀਕੇ ਨਾਲ ਕਹਿ ਸਕਦੇ ਹੋ? ਇਹਦਾ ਮਤਲਬ ਇਹ ਹੈ ਕਿ ਸਿੱਖ ਇਤਿਹਾਸ ਨੂੰ ਪੂਰੇ ਦਾ ਪੂਰਾ ਹੀ ਇੱਕ ਖਾਸ ਸੋਚ ਦੇ ਉਸ ਜਿਲਤ ਦੇ ਵਿੱਚ ਸੁੱਟਿਆ ਜਾ ਰਿਹਾ ਜਿਸ ਦੇ ਵਿਰੁੱਧ ਸਿੱਖ ਧਰਮ ਦਾ ਜਿਹੜਾ ਪਨਪਣਾ ਤੇ ਉਗਮਣਾ ਪੈਦਾ ਹੋਇਆ ਸੀ। ਸਿੱਖਾਂ ਦਾ ਇੱਕ ਨਿਆਰਾ ਬਣ ਰਿਹਾ ਇਤਿਹਾਸ ਦਾ, ਉਸ ਦੇ ਉੱਤੇ ਕੋਈ ਉਂਗਲ ਨਹੀਂ ਕਰ ਸਕਦਾ ਜੀ। ਜਿਹੜੇ ਲੋਕ ਇਹ ਪੁੱਠੀਆਂ ਸਿੱਧੀਆਂ ਗੱਲਾਂ ਕਰ ਰਹੇ ਨੇ ਕਿਸੇ ਸਾਜ਼ਿਸ਼ ਅਧੀਨ ਜੀ, ਉਹ ਸਾਜ਼ਿਸ਼ ਨੂੰ ਸਮਝਣਾ, ਪਛਾਣਨਾ, ਉਸ ਦੀ ਨਿਸ਼ਾਨਦੇਹੀ ਕਰਨਾ ਬਹੁਤ ਜ਼ਰੂਰੀ ਹੈ ਔਰ ਸਮੇਂ ਦੀ ਲੋੜ ਹੈ। ਇਸ ਵੇਲੇ ਸਗੋਂ ਲੋੜ ਜ਼ਿਆਦਾ, ਕਿਉਂਕਿ ਅਸੀਂ ਪੰਜਾਬ ਜੋ ਅਕਾਲੀਆਂ ਨੂੰ ਵੇਖ ਰਹੇ ਹਾਂ। ਕਿਉਂਕਿ ਮੈਂ ਇੱਕ ਛੋਟੀ ਜਿਹੀਆਂ ਸਤਰਾਂ ਕੁਝ ਸਾਂਝੀਆਂ ਕਰਨੀ ਚਾਹੂੰਗਾ ਜੀ ਕਿ ਉਹ ਹੋਰ ਸਨ ਜਿਨ੍ਹਾਂ ਧਰਮ ਹੇਤ ਸੀਸ ਦਿੱਤੇ ਸੀ। ਵਾਹ। ਉਹ ਹੋਰ ਸਨ ਜਿਨ੍ਹਾਂ ਧਰਮ ਹੇਤ ਸੀਸ ਦਿੱਤੇ ਸੀ। ਉਹ ਹੋਰ ਸਨ ਜਿਨ੍ਹਾਂ ਬੰਦ ਕਟਵਾਏ ਸੀ ਜੀ। ਉਹ ਹੋਰ ਸਨ ਜਿਹੜੇ ਧਰਮ ਖਾਤਰ ਚਰਖੜੀਆਂ ਤੇ ਚੜੇ ਸੀ। ਇੱਕ ਉਹ ਅਕਾਲੀ ਸਨ ਜਿਨ੍ਹਾਂ ਜੇਲ੍ਹਾਂ ਭਰੀਆਂ ਸੀ ਜੀ। ਇੱਕ ਇਹ ਅਕਾਲੀ ਨੇ ਜਿਹੜੇ ਜੇਬਾਂ ਭਰਦੇ ਨੇ। ਵਾਹ। ਹੁਣ ਇਹ ਅਕਾਲੀ ਦਲਾਂ ਨੂੰ ਕੋਈ ਪੁੱਛੇ ਕਿ ਤੁਸੀਂ RSS ਨਾਲ ਰਲ ਕੇ, ਔਰ ਇੱਥੇ ਵੀ ਜਿਹੜੇ ਕੁਝ ਗੁਮਾਸ਼ਤੇ ਨੇ ਉਹਨਾਂ ਦੇ, ਅੱਜ ਕੱਲ੍ਹ ਬੜਾ ਪ੍ਰਚਾਰ ਹੋ ਰਿਹਾ ਜੀ ਕਿ BJP ਸਾਡੇ ਲਈ ਬੜੀ ਵਧੀਆ, ਮੋਦੀ ਸਾਡੇ ਲਈ ਬੜਾ ਵਧੀਆ, ਜੋ ਜ਼ੁਲਮ ਹੋਇਆ ਕਾਂਗਰਸ ਨੇ ਕੀਤਾ। ਜਿਹੜੀ BJP ਦੀ ਉਸ ਜ਼ੁਲਮ ਦੇ ਵਿੱਚ ਸ਼ਮੂਲੀਅਤ ਸੀਗੀ ਉਸ ਨੂੰ ਬਿਲਕੁਲ ਅੱਖੋਂ ਪਰੋਖੇ ਕਰ ਦਿਓ ਅਤੇ ਝੂਠ ਹੀ ਬੋਲੀ ਜਾਓ। ਲੋਕਾਂ ਨੂੰ ਜਿਸ ਤਰੀਕੇ ਨਾਲ ਗੁੰਮਰਾਹ ਕੀਤਾ ਜਾ ਰਿਹਾ, ਇਤਿਹਾਸ ਦਾ ਵਿਗਾੜ ਹੋ ਰਿਹਾ। ਅੱਜ ਲੋਕਾਂ ਨੂੰ ਜਾਗਣਾ ਪੈਣਾ ਜੀ। ਕਿਤੇ ਇਹ ਨਾ ਹੋਵੇ ਤੁਹਾਡਾ ਨਿਆਰਾਪਨ ਜਿਹੜਾ ਉਸ ਨੂੰ ਬਿਲਕੁਲ ਹੀ ਇਹ ਜਿਹੜਾ ਮਲੀਆ ਮੇਟ ਕਰ ਦੇਣ। ਇਹ ਉਹ ਦਿਨ ਆ ਸਕਦੇ ਆ। ਬੁੱਧਿਜ਼ਮ ਦਾ ਜੋ ਹਾਲ ਕੀਤਾ ਹਿੰਦੂਤਵੀਆਂ ਨੇ ਭਾਰਤ ਵਿੱਚ, ਬ੍ਰਾਹਮਣਵਾਦੀਆਂ ਨੇ, ਸਿੱਖੀਜ਼ਮ ਵੀ ਉਹਨਾਂ ਦੇ ਨਿਸ਼ਾਨੇ 'ਤੇ ਹੈ। ਇਸ ਗੱਲ ਦੀ ਪਛਾਣ ਕਰਨੀ ਬਹੁਤ ਜ਼ਰੂਰੀ ਹੈ। ਇਹਨਾਂ ਗੱਲਾਂ ਨੂੰ ਸੀਰੀਅਸਲੀ ਲਿਆ ਜਾਵੇ। ਬਹੁਤ ਸ਼ੁਕਰੀਆ ਗੁਰਪ੍ਰੀਤ ਸਿੰਘ ਜੀ। ਸੁੱਖਾ ਸਿੰਘ ਮਹਿਤਾਬ ਸਿੰਘ ਤੋਂ ਲੈ ਕੇ ਜਨਰਲ ਸੁਬੇਗ ਸਿੰਘ ਤੱਕ ਦੇ ਉਸ ਇਤਿਹਾਸ ਨੂੰ ਤੇ ਨਾਲ ਹੀ ਜਿਹੜਾ ਮੌਜੂਦਾ ਘਟਨਾਕ੍ਰਮ ਨੂੰ ਤੁਸੀਂ ਪੇਸ਼ ਕੀਤਾ, ਹਾਰਦਿਕ ਧੰਨਵਾਦ। ਸ਼ੁਕਰੀਆ। ਇਸ ਦੇ ਨਾਲ ਹੀ ਅਖੀਰ 'ਚ ਇਹ ਹੈ ਕਿ ਇਤਿਹਾਸ ਸਾਂਝਾ ਕਰਨਾ, ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੀਨ, ਇਸ ਦਾ ਪ੍ਰਤੀਕ ਹੁੰਦਾ ਹੈ। ਚਾਹੇ ਸ਼ਹਾਦਤਾਂ ਸ਼ਹੀਦ ਸੁੱਖਾ ਸਿੰਘ ਮਹਿਤਾਬ ਸਿੰਘ ਜੀ ਦੀਆਂ ਹੋ ਗਈਆਂ ਜਾਂ 20ਵੀਂ ਸਦੀ ਤੱਕ ਜਿਹੜੀਆਂ ਸ਼ਹਾਦਤਾਂ ਹੋਈਆਂ, ਪਰ ਜ਼ੁਲਮ ਦੇ ਖਿਲਾਫ ਲੜਨਾ ਇਹਨਾਂ ਦਾ ਪ੍ਰਣ ਸੀ। ਜ਼ਾਲਮ ਕਿਸੇ ਵੀ ਫਿਰਕੇ ਰੰਗ ਨਸਲ ਦਾ ਹੋਵੇ, ਉਸ ਦੇ ਖਿਲਾਫ ਕੌਮ ਨੇ ਸੰਘਰਸ਼ ਕੀਤਾ। ਉਸ ਦੇ ਅਖੀਰ ਦੇ ਵਿੱਚ ਜਿਹੜਾ ਹੈ, ਇਸ ਦੋਹੇ ਨਾਲ ਅੱਜ ਦੀ ਗੱਲਬਾਤ ਸਮੇਟਾਂਗੇ। ਅਣਖੀ ਨਾ ਮਰਦਾ ਕਦੇ ਚਾਹੇ ਮਰੇ ਸਰੀਰ, ਅਣਖੀ ਨਾ ਮਰਦਾ ਕਦੇ ਚਾਹੇ ਮਰੇ ਸਰੀਰ, ਜਿਉਂਦੇ ਜੀ ਉਹ ਮਰ ਰਿਹਾ ਜਿਸ ਦੀ ਮਰੇ ਜ਼ਮੀਰ, ਜਿਉਂਦੇ ਜੀ ਉਹ ਮਰ ਰਿਹਾ ਜਿਸ ਦੀ ਮਰੇ ਜ਼ਮੀਰ। ਆਪ ਸਮੂਹ ਦਰਸ਼ਕਾਂ ਦਾ ਹਾਰਦਿਕ ਸ਼ੁਕਰੀਆ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।